ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾਂ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਰਹਾ ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਵਿਖ ਸਭ ਨਾਸੇ। ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰ ਨਾਨਕ ਮੇਰੀ ਪੈਜ ਸਵਾਰੀ। ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਸੰਗਤ ਦੇ ਪਲ ਅਸੀਂ ਪ੍ਰਾਪਤ ਕੀਤੇ ਨੇ। ਗੁਰਬਾਣੀ ਵਿਆਖਿਆਨ ਵਿੱਚ ਬਿਲਾਵਲ ਰਾਗ ਇਹ ਚੱਲ ਰਿਹਾ ਹੈ। ਗੁਰੂ ਅਰਜਨ ਪਾਤਸ਼ਾਹ ਦੁਆਰਾ ਉਚਾਰਨ ਕੀਤੇ ਗਏ ਦੁਪਦਿਆਂ ਦੇ ਬਚਨ ਅਸੀਂ ਵਿਚਾਰਦੇ ਹਾਂ। ਆਪ ਜੀ ਨੇ ਜੋ ਮਾਣਕ ਅਜੇ ਹੁਣੇ ਸਰਵਨ ਕੀਤਾ ਹੈ, ਇਸ ਦੀ ਤਕਰੀਰ ਬੀਤੇ ਕੱਲ ਤੋਂ ਪਿਛਲੇ ਰੋਜ਼ ਅਸੀਂ ਕਰ ਰਹੇ ਸੀ। ਰਹਾਉ ਦੇ ਬੰਧ ਨੂੰ ਬਾ ਵਿਸਥਾਰ ਵਿਚਾਰਿਆ, ਮਗਰ ਸਮਾਂ ਸੀਮਤ ਸੀ ਹੋ ਗਿਆ। ਅੱਜ ਸਮੁੱਚੇ ਸ਼ਬਦ ਨੂੰ ਵਿਚਾਰਾਂਗੇ। ਨੋ ਡਾਊਟ ਵਿਚਾਰ ਦਾ ਆਗਾਜ਼ ਰਹਾਉ ਦੇ ਪਦੇ ਤੋਂ ਹੀ ਕਰ ਰਹੇ ਹਾਂ। ਸਾਹਿਬ ਜੋ ਜ਼ਿਕਰ ਕਰਦੇ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਰਹਾਉ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ। ਪੂਰੇ ਸਤਿਗੁਰੂ ਨੇ ਇੱਕ ਨਵਾਜਿਸ਼, ਇੱਕ ਮਿਹਰਾਮਤ ਕੀਤੀ ਤੇ ਉਹ ਇਹ ਹੈ ਕਿ ਸ਼ਾਂਤ ਪਾਈ, ਮਨ ਮੰਡਲ ਦੇ ਵਿੱਚ ਸ਼ਾਂਤੀ ਬਖਸ਼ ਦਿੱਤੀ, ਜਿਹਨੂੰ ਅਸੀਂ ਪੀਸ ਆਫ ਮਾਈਂਡ ਕਹਿੰਦੇ ਹਾਂ। ਬੀਤੇ 'ਚ ਬੜੀ ਡਿਟੇਲਡ ਵੇ ਨਾਲ ਬਾਤ ਹੋਈ ਸੀਗੀ ਕਿ ਸ਼ਾਂਤੀ ਜਾਂ ਇੱਕ ਪੀਸ ਆਫ ਮਾਈਂਡ ਜਾਂ ਅੰਦਰ ਦਾ ਟਿਕਾ ਠਹਿਰਾ, ਕੁਛ ਵੀ ਵਰਡ ਕਹਿ ਲਓ ਤੁਸੀਂ, ਇਹ ਇੱਕ ਕੋਈ ਸਿੰਗੂਲਰ ਕੰਪੋਨੈਂਟ ਨਹੀਂ ਹੈਗਾ, ਕੋਈ ਇੱਕ ਸਪੈਸੀਫਿਕ ਚੀਜ਼ ਨਹੀਂ ਹੈਗੀ। ਇਹ ਤਾਂ ਇੱਕ ਪੂਰਾ ਪੈਕੇਜ ਆ। ਇਸ ਪੈਕੇਜ ਦੇ ਵਿੱਚ ਹਰ ਚੀਜ਼ ਜਿਹੜੀ ਹੈ ਇਨਕਲੂਡ ਹੁੰਦੀ ਹੈ। ਗੁਰਬਾਣੀ ਸਾਰੀ ਇਹਦੇ ਵਿੱਚ ਸਾਨੂੰ ਸਿੱਖਿਆ ਦਿੰਦੀ ਹੈ। ਬੀਤੇ 'ਚ ਅਸੀਂ ਬਾਤ ਪਾਈ, ਮਹਾਰਾਜ ਮਨੁੱਖ ਦੀ ਫਾਈਨੈਂਸ਼ੀਅਲ ਕੰਡੀਸ਼ਨ ਕੈਸੀ ਹੋਏ, ਉਹਦਾ ਅਰਥ ਭਾਵ ਕੈਸਾ ਹੋਏ, ਉਹਦਾ ਪਰਿਵਾਰਕ ਹਾਲਾਤ ਕੈਸੇ ਹੋਣ, ਉਹਦੇ ਆਲੇ ਦੁਆਲੇ ਰਾਜਸੀ ਮੰਡਲ ਕੈਸਾ ਹੋਏ, ਉਹਦੇ ਸਮਾਜਿਕ ਵਰਤੋਂ ਵਿਹਾਰ ਦੇ ਵਿੱਚ ਕਿਹੜੀ ਆਈਡੀਅਲ ਚੀਜ਼ ਹੋਏ। ਇਹ ਸਾਰੇ ਦੇ ਉੱਤੇ ਸਿੱਖਿਆ ਦਿੰਦੇ ਨੇ। ਜਿਹੜੀ ਪੀਸ ਆਫ ਮਾਈਂਡ ਆ, ਸ਼ਾਂਤ ਆ, ਉਹ ਸ਼ਾਂਤ ਇਹਨਾਂ ਸਾਰਿਆਂ ਦੇ ਵਿੱਚੋਂ ਇਹ ਇੱਕ ਤਰ੍ਹਾਂ ਦੇ ਨਾਲ ਇੱਕ ਬਿਹਤਰ ਜੀਵਨ ਦੇ ਨਾਲ ਆਮਦ ਲੈਂਦੀ ਹੈ। ਨਾ ਕਿ ਇੱਕ ਸਮ ਸੋਰਟ ਆਫ ਇੱਕ ਬੰਦੇ ਦੀ ਥਿੰਕਿੰਗ ਆ ਕਿ ਬੰਦੇ ਨੇ ਕਿਸੇ ਲੈਵਲ 'ਤੇ ਜਾ ਕੇ ਉਸ ਥਿੰਕਿੰਗ ਨੂੰ ਡਿਵੈਲਪ ਕਰ ਲਿਆ ਅਤੇ ਉਸ ਰੂਪ ਵਿੱਚ ਹੋ ਜਾਏਗੀ। ਇਸ ਚੀਜ਼ ਬਾਬਤ ਪੁਰਾਣੇ ਸਮੇਂ ਜਿਵੇਂ ਯੋਗਿਕ ਕਿਰਿਆਵਾਂ ਦੇ ਵਿੱਚ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਹੋ ਜਿਹੀ ਬਾਤ ਰਹੀ, ਅੱਜ ਵੀ ਹੈ।
जे सपोज करो ਅਸੀਂ ਅੱਜ ਦੀ ਤਾਰੀਖ ਦੇ ਵਿੱਚ ਇਕੱਲੇ ਮਾਈਂਡਫੁਲਨੈਸ ਦੀ ਗੱਲ ਕਰੀਏ, ਜਿਹੜਾ ਅੱਜ ਦਾ ਮੈਡੀਟੇਸ਼ਨ ਦਾ ਬਹੁਤ ਸਾਰਾ ਸੰਕਲਪ ਆ, ਉਹ ਵੀ ਆਲਮੋਸਟ ਦੇ ਕਲੋਜ਼ ਬਾਏ ਹੈ ਕਿ ਇੱਕ ਚੀਜ਼ ਦੇ ਉੱਤੇ ਫੋਕਸ ਕੀਤਾ ਜਾਏ, ਬੰਦੇ ਨੂੰ ਜਸਟ ਇੱਕ ਥਿੰਕਿੰਗ ਦੇ ਲੈਵਲ ਤੇ ਪੋਜ਼ਿਟਿਵ ਕਰ ਦਿੱਤਾ ਜਾਏ। ਬਾਣੀ ਕਹਿੰਦੀ ਹੈ ਥਿੰਕਿੰਗ ਪੋਜ਼ਿਟਿਵ ਜਿਹੜੀ ਹੈ ਇਹ ਤਾਂ ਪੋਸੀਬਲ ਆ ਜੇ ਪੂਰਾ ਪ੍ਰੈਕਟੀਕਲ ਵੇ ਦੇ ਨਾਲ ਬੰਦੇ ਦਾ ਸਭ ਕਾਸੇ ਨੂੰ ਤੁਸੀਂ ਇਜ਼ਹਾਰ ਵਿੱਚ ਲੈ ਕੇ ਆਓਗੇ। ਕਿਉਂਕਿ ਜਦੋਂ ਅਸੀਂ ਗੁਰੂ ਦੀ ਗੱਲ ਕਰਦੇ ਹਾਂ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਜਦੋਂ ਪੂਰੇ ਸਤਿਗੁਰੂ ਨੇ ਵਰਤ ਕੇ ਸ਼ਾਂਤੀ ਦਿੱਤੀ ਤੇ ਉਹ ਸ਼ਾਂਤੀ ਸਿਰਫ ਇੱਕ ਸੋਚਣ ਦਾ ਤਰੀਕਾ ਨਹੀਂ ਸੀਗਾ, ਉਹ ਤੇ ਜੀਵਨ ਦੇ ਹਰ ਲਹਿਜੇ ਦਾ ਵਿਕਾਸ ਸੀਗਾ। ਹਰ ਲਹਿਜੇ ਦੇ ਵਿਕਾਸ ਵਿੱਚੋਂ ਆਇਆ ਹੋਇਆ ਸੱਚਾ ਵਿਕਾਸ ਖੁਸ਼ੀ ਸੀਗੀ। ਇਸ ਬਾਬਤ ਅਸੀਂ ਬੀਤੇ 'ਚ ਬਾਤ ਕੀਤੀ। ਮਹਾਰਾਜ ਸਾਨੂੰ ਇਹ ਬਿਆਨ ਕਰਦੇ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ, ਦੂਹੂ ਵਿਵਸਥਾ ਤੇ ਜਿਉ ਮੁਕਤਾ, ਸੋਈ ਸੁਹੇਲਾ ਭਾਲੀਐ। ਭਾਈ ਸੁਹੇਲਾ ਜੀਵਨ ਨਾ ਤੇ ਇਕੱਲੀ ਮਾਇਆ ਕਰਨ ਵਾਲਾ ਹੈ ਤੇ ਨਾ ਬਿਲਕੁਲ ਸੰਸਾਰ ਨੂੰ ਰਿਨਾਊਂਸ ਕਰਨ ਦੇ ਨਾਲ ਆ। ਇਹ ਤਾਂ ਇੱਕ ਬੈਲੈਂਸਡ ਅਪਰੋਚ ਆ। ਇੱਥੇ ਬੰਦੇ ਨੂੰ ਕਿਰਤ ਵਿਰਤ ਕਰ ਧਰਮ ਦੀ ਇਹ ਸਿਖਾਇਆ ਗਿਆ। ਬੰਦੇ ਨੂੰ ਦੱਸਿਆ ਗਿਆ, ਉਦਮ ਕਰੇਂਦਿਆਂ ਜੀਉ ਤੂੰ ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਭਲੇ ਬੰਦੇ ਚਿੰਤਾਵਾਂ ਐਵੇਂ ਨਹੀਂ ਲੈਂਦੀਆਂ। ਜਿਹੜੀ ਚੀਜ਼ ਤੈਨੂੰ ਬੇਜ਼ਾਰ ਕਰ ਰਹੀ ਹੈ, ਪਸ਼ੇਮੀਨ ਕਰ ਰਹੀ ਹੈ, ਪਰੇਸ਼ਾਨ ਕਰ ਰਹੀ ਹੈ, ਉਹ ਚੀਜ਼ ਦਾ ਜਿੰਨੀ ਦੇਰ ਤੱਕ ਤੂੰ ਟ੍ਰੀਟਮੈਂਟ ਨਹੀਂ ਕਰਦਾ, ਇਲਾਜ ਨਹੀਂ ਕਰਦਾ, ਸੰਸਾਰ ਦੇ ਵਿੱਚ ਜਿਹੜੀ ਗੁਰਬਤ ਹੈ, ਦਲਿੱਦਰਤਾ, ਗਰੀਬੀ, ਅੱਜ ਦੀ ਬੀਤੇ ਸ਼ਾਇਦ ਹਫ਼ਤੇ ਕੁ ਦੇ ਵਿੱਚ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਜਿਹੜੇ ਖਾਸ ਤੌਰ 'ਤੇ UN ਨੇ ਕਿਹਾ ਕਿ ਸਾਨੂੰ ਅਰਾਊਂਡ ਕੁਝ 2 ਜਾਂ 20 ਬਿਲੀਅਨ ਡਾਲਰ ਦੀ ਗੱਲ ਹੋਈ, ਕਿਹੜਾ ਐਗਜ਼ੈਕਟ ਫਿਗਰ ਸੀਗਾ, ਹੈਵ ਨੋ ਆਈਡੀਆ, ਅਤੇ ਉਹ ਮਿਲ ਜੇ ਤਾਂ ਅਸੀਂ ਗਰੀਬੀ ਜਿਹੜੀ ਉਹਨੂੰ ਟੈਕਲ ਕਰ ਲਵਾਂਗੇ। ਅਤੇ ਮਸਕ ਨੇ ਕਿਹਾ ਕਿ ਓਕੇ, ਟੈਸਲਾ ਵਾਲੇ ਨੇ ਕਿ ਇਫ ਯੂ ਗਾਇਜ਼ ਪ੍ਰੋਵਾਈਡ ਮੀ ਪਲਾਨ ਦੈਨ ਆਈ ਕੈਨ ਗਿਵ ਯੂ। ਇਸ ਰੂਪ ਵਿੱਚ ਬਾਤ ਹੋਈ। ਇੱਕ ਹੱਦ ਤੱਕ ਉਹਦੀ ਗੱਲ ਬਿਲਕੁਲ ਸੱਚੀ ਹੈ। ਜੇ ਇਕੱਲਾ ਪੈਸਾ ਆ ਕੇ ਸਾਰੇ ਕਾਸੇ ਨੂੰ ਹੱਲ ਕਰਦੇ, ਸਾਰੀ ਸਿਚੁਏਸ਼ਨ ਨੂੰ, ਤਾਂ ਫਿਰ ਤਾਂ ਨੋਟ ਅ ਬਿਗ ਡੀਲ। ਇਨਵਾਇਰਮੈਂਟਲੀ ਵੀ ਪੈਸਾ ਰਾਖਵਾਂ ਕਰ ਲਓ, ਸਭ ਕੁਛ ਹੋ ਜਾਏਗਾ। ਜਿੰਨੀ ਦੇਰ ਤੱਕ ਉਸ ਮੁਸ਼ਕਲ ਨੂੰ, ਉਸ ਤਕਲੀਫ ਨੂੰ ਤੁਸੀਂ ਪ੍ਰੋਪਰ ਵੇ ਦੇ ਨਾਲ ਦੇਖਦੇ ਨਹੀਂ ਗਏ, ਉਹ ਠੀਕ ਨਹੀਂ ਹੋਏਗੀ। ਜਿਵੇਂ ਕੋਈ ਚੀਜ਼ ਖਰਾਬ ਹੋਈ ਹੈ, ਜਿਵੇਂ ਕੋਈ ਚੀਜ਼ ਵਿਗੜੀ ਹੈ, ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨਸ ਵੀ ਹੋਣਗੇ, ਬਹੁਤ ਸਾਰੇ ਕਾਰਨ ਵੀ ਹੋਣਗੇ। ਸੋ ਇਹ ਸਭ ਨੂੰ ਮਹਾਰਾਜ ਨੇ ਬਿਆਨ ਕੀਤਾ। ਈਵਨ ਹੋਰ ਤੁਸੀਂ ਰੰਗ ਦੇਖੋ, ਮੈਂ ਤਾਂ ਕਾਫੀ ਸਮਾਂ ਪਹਿਲਾਂ ਇੱਕ ਸਟੱਡੀ ਪੜ੍ਹੀ ਅਮਰੀਕਾ ਦੇ ਵਿੱਚ, ਸਟੇਟਸ ਦੇ ਅੰਦਰ, ਗੈਂਬਲਿੰਗ ਦੇ ਉੱਤੇ, ਖਾਸ ਕਰਕੇ ਜਿਹੜੀ ਲੋਟਰੀ ਬਾਜੀ ਲੋਕੀ ਕਰਦੇ ਬਹੁਤ ਸਾਰੀ। ਆਪ ਨੂੰ ਪਤਾ ਹੈ ਕਿ ਬਹੁਤ ਵੱਡੇ ਲੈਵਲ 'ਤੇ ਇੱਕ ਵਾਰੀ ਇੱਕ ਲੋਟਰੀ ਦੀ ਪ੍ਰਾਈਜ਼ ਅਰਾਊਂਡ 1.5 ਬਿਲੀਅਨ 'ਤੇ ਪਹੁੰਚ ਗਈ ਸੀ। ਉਹਦਾ ਜਿਹੜਾ ਇਨਾਮ ਸੀਗਾ। ਅਤੇ ਮਾਈ ਗੁੱਡਨੈਸ, ਜਿੰਨੀ ਉਹਦੀ ਖਰੀਦੋ ਫਰੋਖਤ ਹੋਈ ਉਸ ਸਮੇਂ ਦੇ ਵਿੱਚ, ਕਿ ਮਤਲਬ $40 ਦੀ ਸ਼ਾਇਦ ਦੀ ਪ੍ਰਾਈਜ਼ ਸੀਗੀ, ਅਤੇ ਇੰਤਹਾ ਹੋ ਗਈ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਸੀਗਾ ਕਿ ਰਿਸਰਚ ਇਹ ਆਈ ਕਿ ਜਿਨ੍ਹਾਂ ਲੋਕਾਂ ਨੇ ਲੋਟਰੀ ਵਿਨ ਕੀਤੀ, ਲੈਸ ਦੈਨ 10 ਈਅਰਸ, 10 ਈਅਰਸ ਤੇ ਬਹੁਤ ਲੰਮਾ ਪੀਰੀਅਡ, ਲੈਸ ਦੈਨ 10 ਈਅਰਸ, ਜਿੱਥੇ ਕਿਤੇ ਜ਼ਿੰਦਗੀ ਸੀ, ਜਦੋਂ ਲਾਟਰੀ ਆਈ ਤਾਂ ਇੱਕਦਮ ਫਾਈਨੈਂਸ਼ਲੀ ਜਿਹੜੀ ਹੈ ਉਹਨਾਂ ਨੂੰ ਲੱਗਾ ਕਿ ਉਹਨਾਂ ਦੀ ਇੱਕਦਮ ਅਪਲਿਫਟਿੰਗ ਹੋ ਗਈ ਐਂਡ ਦੇ ਆਰ ਇਨ ਡਿਫਰੈਂਟ ਵਰਲਡ। ਲੈਸ ਦੈਨ 10 ਈਅਰਸ ਦੇ ਵਿੱਚ ਜਿੱਥੇ ਸੀ ਕਿ ਉਹ ਤੋਂ ਥੱਲੇ ਆ ਗਏ ਫਾਈਨੈਂਸ਼ਲੀ। ਕਿਉਂਕਿ ਜੇ ਛੋਟਾ ਬੱਚਾ ਆ, ਤੁਸੀਂ ਉਸਨੂੰ ਬਾਜ਼ਾਰ ਦੇ ਵਿੱਚ $100 ਦਾ ਬਿੱਲ ਫੜਾ ਕੇ ਹੱਥ 'ਚ ਭੇਜ ਦਿਓ, ਕੀ ਹੋਏਗਾ? he or she is gonna lose very soon। ਜੇ ਕੋਈ ਉਹਦੇ ਕੋਲੋਂ ਖੋਏਗਾ ਨਹੀਂ, ਜੇ ਕੋਈ ਸਿੱਧੇ ਤੌਰ 'ਤੇ ਲੁੱਟੇਗਾ ਨਹੀਂ, ਤਾਂ ਡੈਫੀਨੇਟਲੀ ਹੋ ਸਕਦਾ ਹੁਣ ਉਹਦੀ ਇੰਪੋਰਟੈਂਸ ਦੀ ਪਤਾ ਨਾ ਹੋਏ, ਉਹੀ ਕਿਤੇ ਲੋਸਟ ਕਰ ਦੇ। ਸੋ ਇਹ ਇੱਕ ਜਿਹੜੀ ਲਿਟਰਸੀ ਦੀ ਗੱਲ ਵੀ ਹੁੰਦੀ ਹੈ ਸਮਾਜ ਦੇ ਵਿੱਚ। ਬਾਬਾ ਜੀ ਨੇ ਸਾਰੇ ਕਾਸੇ ਉੱਤੇ ਕੰਮ ਕੀਤਾ। ਸ਼ਾਂਤੀ ਸਿਰਫ ਇੱਕ ਇਹੋ ਜਿਹੀ ਚੀਜ਼ ਨਹੀਂ, ਕੋਈ ਚਿੜੀਆ ਜਿਹੜੀ ਆ ਕੇ ਸਾਡੇ ਸਿਰ ਦੇ 'ਚ ਘਰੋਂਦਾ ਪਾ ਲੇਗੀ, ਨਹੀਂ ਨਹੀਂ ਨਹੀਂ। ਇਹ ਹੁੰਦਾ ਫਿਰ ਤੇ ਬੜਾ ਸੁਖਾਲਾ ਸੀਗਾ। ਅਨਫੋਰਚੂਨੇਟਲੀ ਜਿਹੜੀਆਂ ਮਿਸਟਿਕ ਕਿਸਮ ਦੀਆਂ ਚੀਜ਼ਾਂ ਨੇ, ਮਿਰਾਕਲਸ ਕਾਈਂਡ ਆਫ ਥਿੰਗਸ ਵੀ ਆਰ ਲੁਕਿੰਗ ਸਮ ਸੋਰਟ ਆਫ ਸੁਪਰ ਨੈਚੁਰਲ ਪਾਵਰ ਦੇ ਨਾਲ, ਉਹ ਸਾਰੇ ਦੇ ਵਿੱਚ ਸੁਪਰਸਟੀਸ਼ੀਅਸ ਇੱਕ ਬਿਲੀਵ ਸਿਸਟਮ ਰਿਹਾ ਬੰਦੇ ਦਾ। ਬੰਦਾ ਉਹਦੇ ਪਿੱਛੇ ਬਹੁਤ ਕਮਲਾ ਰਿਹਾ, ਅੱਜ ਵੀ ਹੈਗਾ ਆ। ਬਾਬਾ ਜੀ ਨੇ ਬਿਆਨ ਕੀਤਾ, ਸਹੀ ਤਰ੍ਹਾਂ ਦੇਖ, ਜੇ
तेरी लोड़ रोटी है, पहला वो मुयसर होएगी, फिर जाके कुछ होर सोचांगे। जे तेरी लोड़ कपड़ा है जो दे बारे सोचांगे, फिर कुछ इस होर चीज़ बारे सोचांगे। इस तो प्रैक्टिकल बचन की लभांगे। भगत जी ने क्या, भूखे भगत न कीजे, ये माला अपनी लीजे। कोई भुखे नूं आके बह के माला फड़ाए, लै फड़ तू माला फड़, रब रब कर रोटी आप ही आ जाएगी। बाबा कबीर कहिंदे होर तो कोई मन लेगा, कहिंदे भाई बड़ा धन्नवाद तेरा, अब माला फड़ वापस रोटी लिया। ये असैंशियल चीज़ आ, एक सब तो जरूरी लोड़ है मेरी उस वास्ते। सो बाबा जी ने लंगरां दी शुरुआत की, ईवन फिर के किरतियां दी प्रारंभता की, नगर वसाए, ਜ਼ਮੀਨਾਂ ਜਾਇਦਾਦਾਂ ਕਾਰੋਬਾਰ ਬਾਜ਼ਾਰ ਹਰ ਚੀਜ਼ ਨੂੰ ਜਿਹੜਾ ਹੈਗਾ ਪੈਰਾਂ ਸਿਰ ਕੀਤਾ। ਫਿਰ ਉਸ ਸਾਰੇ ਦੇ ਅੰਦਰ ਜਿਹੜੀ ਅਨਐਥੀਕਲ ਐਕਸਰਸਾਈਜ਼ ਹੁੰਦੀ ਹੈ ਉਸ ਸਾਰੇ ਨੂੰ ਦਰੁਸਤ ਕੀਤਾ, ਐਥਿਕਸ ਬਿਲਡ ਕੀਤੇ। ਪ੍ਰੈਕਟਿਸ ਜਿਹੜੀ ਹੈ ਉਹ ਕਿਸੇ ਪ੍ਰੋਪਰ ਗਰਾਊਂਡ ਤੇ ਖੜੀ ਕੀਤੀ। ਫਿਰ ਉਸ ਤੋਂ ਅਗਲੇ ਪੜਾਅ ਦੇ ਵਿੱਚ ਬਾਤ ਲਿਆਂਦੀ ਗਈ, ਸਮਾਜ ਦੇ ਵਿੱਚ ਜਿਹੜਾ ਦੁੱਖ ਭੋਗਣਾ ਆ ਇਹ ਅਹਿਸਾਸ ਕੀਤਾ ਜਾਏ। ਬੰਦੇ ਨੂੰ ਗੁਣਾਂ ਦਾ ਗਾਹਕ ਬਣਾਓਗੇ ਤੁਸੀਂ। ਜਿੰਨਾ ਬੰਦਾ ਗੁਣਾਤਮਕ ਪੱਖ ਤੋਂ ਉੱਚਾ ਹੋਏਗਾ ਉਹ ਸੁਖ ਮਾਣੇਗਾ, ਉਹਦੇ ਅੰਦਰ ਪੀਸ ਆਫ ਮਾਈਂਡ ਆਏਗਾ। ਜਿੱਥੇ ਬੰਦਾ ਗੁਣ ਨੂੰ ਛੱਡ ਕੇ ਕਿਸੇ ਹੋਰ ਚੀਜ਼ ਦਾ ਗੁਮਾਨ ਲਿਆ ਕੇ ਆਵੇ, ਸਪੋਜ਼ ਜਾਤ ਪਾਤ ਕਲਾਸ ਕਿਸੇ ਖਾਸ ਐਲੀਟ ਨਾਲ ਅੰਗੇਜ ਕਰਕੇ, ਇਹ ਸਭ ਚੀਜ਼ਾਂ ਦੇ ਵਿੱਚ ਇਹ ਫੁਕਰਪੁਣਾ ਹੈ। ਇਹਦੇ ਵਿੱਚੋਂ ਬੰਦੇ ਨੂੰ ਸ਼ਾਂਤੀ ਨਾ ਮਿਲੇਗੀ। ਹਾਂ, ਕਿਸੇ ਨੂੰ ਜੈਲਸ ਕਰਾ ਸਕਦਾ ਬੰਦਾ, ਕਿਸੇ ਨੂੰ ਬੜੇ ਗਲਤ ਢੰਗ ਦੇ ਨਾਲ ਨੀਵਾਂ ਵਿਖਾ ਸਕਦਾ, ਜਿਵੇਂ ਆਮ ਕਰਕੇ ਹੁੰਦਾ ਜਾਤੀ ਸੂਚਕ ਚੀਜ਼ਾਂ ਦੇ ਵਿੱਚ, ਸਭ ਰੂਪ ਦੇ ਵਿੱਚ। ਸਾਹਿਬ ਨੇ ਕਿਹਾ ਮੈਂ ਸਮਾਜ ਉਹ ਦੇਖਣਾ ਚਾਹੁੰਦਾ, ਸਾ ਜਾਤ ਸਾ ਪਾਤ ਹੈ ਜਿਹੇ ਕਰਮ ਕਮਾਏ। ਬੰਦੇ ਦਾ ਕਰਮ ਹੀ ਬੰਦੇ ਦੀ ਜ਼ਾਤ ਹੈ, ਸੋ ਕਰਮ ਚੰਗੇ ਕਰੋ। ਜੇ ਇੱਥੇ ਕਰਮਾਂ ਦੇ ਵਿੱਚ ਪਵਿੱਤਰਤਾ ਆ, ਸੁਚਮਤਾ ਆ, ਤੇ ਭਗਤ ਰਵਿਦਾਸ ਸਮਾਜ ਕਹਿੰਦਾ ਇਹ ਅਛੂਤ ਹੈ, ਇਹ ਅਨਟੱਚੇਬਲ ਆ, ਇਹ ਜਿਹੜਾ ਹੈ ਸ਼ੁੱਧਰ ਆ। ਗੁਰੂ ਮਹਾਰਾਜ ਕਹਿੰਦੇ ਇਸ ਤੋਂ ਵੱਡਾ ਸਵਰਨ ਹੀ ਕੋਈ ਨਹੀਂ ਸਾਡੇ ਵਾਸਤੇ। ਅਸੀਂ ਤੇ ਇਹਦੇ ਬੋਲਾਂ ਨੂੰ, ਇਹਦੇ ਬਚਨਾਂ ਨੂੰ ਅਧਿਆਤਮੀ ਤਲ ਦੇ ਉੱਤੇ ਸੁਪੀਰੀਅਰ ਮੰਨਦੇ ਆ, ਉੱਥੇ ਜਾ ਕੇ ਜਗ੍ਹਾ ਦਿੱਤੀ ਉਹਨੂੰ। ਸੋ ਇਹ ਰੂਪ ਜਿਹੜੀ ਇਸ ਤਰੀਕੇ ਦੀ ਬਾਤ ਆ। ਤੇ ਈਵਨ ਬਾਬਾ ਕਬੀਰ ਜੀ ਦੇ ਬਚਨ ਪੜ੍ਹੀਏ, ਕਬੀਰ ਮੇਰੀ ਜ਼ਾਤ ਕੋ ਸਭ ਕੋ ਹਸਨੈ ਹਾਰ। ਸ਼ਾਂਤ ਕੀ ਹੁੰਦੀ ਹੈ? ਸ਼ਾਂਤ ਸਿਰਫ ਇਹ ਨਹੀਂ ਕਿ ਕੋਈ ਮੈਨੂੰ ਹੋਰ ਆ ਕੇ ਕਹੇ ਵੀ ਨਹੀਂ ਨਹੀਂ ਤੂੰ ਨੀਵਾਂ ਨਹੀਂ ਗਾ, ਤੂੰ ਅਦਨਾ ਨਹੀਂ ਗਾ, ਤੂੰ ਛੋਟਾ ਨਹੀਂ ਗਾ। ਮੈਨੂੰ ਆਲਾ ਦੁਆਲਾ ਛੋਟਾ ਵੀ ਕਹੇ, ਅਦਨਾ ਵੀ ਕਹੇ, ਮਾੜਾ ਵੀ ਕਹੇ, ਮੇਰੀ ਜਾਤ ਤੇ ਠੱਠਾ ਵੀ ਕਰੇ, ਪਰ ਸ਼ਾਂਤ ਤੇ ਤਾਂ ਆ ਨਾ ਜੇ ਮੈਨੂੰ ਪਤਾ ਹੂ ਐਮ ਆਈ, ਮੈਂ ਕੌਣ ਆ। ਕਿਆ कबीर मेरी जात को सबको हंसना हार, बलिहारी है जात को जिन जपियो सिरजनहार। मैं बलिहार जाना वा, ये बैठ के मैनू कोई फेक प्राइड नहीं आया, बल्कि मैं अपने गुण धारण किए, मैं करतार नाल जुड़िया, मैनू अकाल पुरख वाहिगुरू का एहसास है। सो ये शांत आ। इत्थे अपने आप नू बिल्ड करना, अपने आप नू स्थापित करना, अपने जीवन नू सही डगर दे उत्ते पाउणा। फिर कल्ला ये नहीं, परिवारक जीवन नू शांति का सोर्स दस्या है, विआहुता जीवन नू आनंद का सोर्स दस्या, आनंद कारज दस्या, आर परिवार पालना भले का काम दस्या। असीं किन्नी वारी ये बचन विचारे ने गुरु अमरदास साहब ते आनंद साहब दे थरू, जां तिस भाणा तां जम्मिया परिवार भला पाया। हाँ वखरी गल लिव छुड़की लगी तृष्णा माया अमर वरताया। प्रभाव बंदे दे विच पदार्थवादी होने का बहुत वध जांदा, पर जिहड़ी परिवारक जिंदगी है भली जिंदगी है। इस तो वधिया जिंदगी की होएगी? बंदा छोटी जी जिंदगी नूं रुमकदियां ठुमकदियां वड्डियां हुंदियां उस रूप विच वेखदा। एक जीवन अपना शायद पता नहीं सही रूप विच माणिया कि नहीं माणिया, पर अगे अगे नवें जीवन नूं नव जीवन नूं उसारदा अपने हत्थां नाल, एक नवीं जिंदगी जींदा आ, एक नवीं उमंगां धारण करदा आ। इत्थों ही तो शांत उपजदा, इत्थों ही तो बंदे नूं तसल्ली आउंदी कि यस आई एम वर्थ टू लिव इन दिस वर्ल्ड, आई एम डूइंग समथिंग गुड इन दिस वर्ल्ड। ये सब शांत आ। ये है असल रूप दे जो कंपोनेंट जिहड़ा गुरु महाराज सानू बख्श दे साडी सुरत दे लहजे दे नाल। ये अमल कर्म जिंदगी दी एनर्जी नूं सही रूप में चैनलाइज करना, ये साडे जीवन जदों गुरु वरतदा ना सिੱਖਿਆ ਦੇ रूप विच, उपदेश के रूप विच, ख्याल के रूप विच, बचन के रूप दे विच, फिर समझो असीं पीस ऑफ माइंड अटेन करते हैं। इस नूं गुरु महाराज गुरु अर्जन साहब कहिंदे, शांत पाई गुर सतगुर पूरे, सुख उपजे बाजे अनहद तूरे।
ਜਿਵੇਂ ਅਸੀਂ ਗੁਰੂ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਕਿੰਕੁਰੀ ਅਨੂਪ ਵਾਜੇ ਜੋਗੀਆ ਮਤਵਾਰੋ ਰੇ। ਜੋਗੀ ਜਿਹੜੇ ਲੋਕ ਮੌਂਕ ਬਣ ਗਏ, ਭਿਕਸ਼ੂ ਬਣ ਗਏ ਜਾਂ ਤਿਆਗੀ ਬਣ ਗਏ, ਐਂਡ ਦੇ ਵਰ ਕਲੇਮਿੰਗ ਦੇ ਹੈਵ some sort of higher experience in spirituality। ਉਹਦੇ 'ਚ ਬਹੁਤ ਸਾਰੀਆਂ ਹੋਰ ਚੀਜ਼ਾਂ ਇਨਵੋਲਵ ਹੋ ਗਈਆਂ, ਮਨੋਵਰ ਹੋ ਗਈਆਂ। ਜਿਵੇਂ ਅੱਜ ਦੀ ਤਾਰੀਖ ਵਿੱਚ ਵੀ ਦੇਖੋ ਤੁਸੀਂ, ਭੰਗ ਜਾਂ ਧਤੂਰਾ ਜਾਂ ਇਹ ਸਾਰੀ ਜਿਹੜੀ ਇੱਕ ਖਾਸ ਕਰਕੇ ਮਦਰ ਨੇਚਰ ਦੇ ਇੱਕ ਇਸ ਸਾਰੀ ਬਨਸਪਤੀ 'ਚ ਇੱਕ ਖਾਸ ਸ਼੍ਰੇਣੀ ਹੈ ਜਿਹਨੂੰ ਅਸੀਂ ਬੰਦੇ ਦੇ ਜੀਵਨ ਦੇ ਅੰਦਰ ਜਾਂ ਉਹਦੀ ਸੁਰਤ ਦੇ ਵਿੱਚ ਇੱਕ ਹੋਲੂਸੀਨੇਸ਼ਨ ਕ੍ਰੀਏਟ ਕਰਨ ਵਾਲੀ ਇੱਕ ਸਬਸਟੈਂਸ ਲਾਈਨ ਆ। ਇਹ ਪੂਰੇ ਦੀ ਪੂਰੀ ਇਹ ਸਬਸਟੈਂਸ ਉਸ ਲਾਈਨ 'ਚ ਆਉਂਦੇ ਨੇ। ਨਾ ਇਹ ਸਟੀਮੂਲੇਟ ਕਰਦੇ ਨੇ, ਨਾ ਇਹ ਡਿਪਰੈਸਡ ਕਰਦੇ ਨੇ, ਇਹ ਸਿਰਫ ਹੋਲੂਸੀਨੇਸ਼ਨ ਕ੍ਰੀਏਟ ਕਰਦੇ ਨੇ। ਅਤੇ ਹੋਲੂਸੀਨੇਸ਼ਨ ਜਿਹੜੀ ਹੈਗੀ ਏ ਇਹ ਰਿਐਲਿਟੀ ਤੋਂ ਤੋੜਦੀ ਹੈ। ਜਦੋਂ ਬੰਦਾ ਰਿਐਲਿਟੀ 'ਚ ਨਹੀਂ ਰਹਿ ਰਿਹਾ, ਸਪੋਜ਼ ਕਰੋ ਮੈਂ ਇਸ ਸਟੇਜ 'ਤੇ ਬੈਠਾ ਅਤੇ ਮੈਨੂੰ ਇਹ ਫੀਲ ਹੋਈ ਜਾਏ ਮੈਂ ਹਵਾ 'ਚ ਉੱਡ ਰਿਹਾ ਵਾਂ, ਮੈਂ ਹੋਲੂਸੀਨੇਸ਼ਨ 'ਚ ਜੀ ਰਿਹਾ ਵਾਂ। ਭੰਗ ਧਤੂਰਾ ਇਹ ਸਾਰੀ ਜਿਹੜੀ ਖਾਸ ਕਰਕੇ ਇੱਥੇ ਜਿਹਨੂੰ ਕੁਝ ਹਿੱਸਾ ਜਿਹੜਾ ਆ ਜਿਵੇਂ ਇੱਥੇ ਮਸ਼ਰੂਮਸ ਦਾ ਹੁੰਦਾ, ਕੁਝ ਡਿਫਰੈਂਟ ਡਰੱਗ ਵਰਾਇਟੀਜ਼ ਆ ਗਈਆਂ, ਇਹ ਸਾਰੀਆਂ ਇਹ ਸ਼੍ਰੇਣੀ ਦੇ ਡਰੱਗਸ ਨੇ ਸਾਰੇ। ਇਹ ਪੁਰਾਣੇ ਸਮੇਂ ਜਿਹੜੇ ਮਿਸਟਿਕ ਕਲੇਮ ਕਰਦੇ ਸੀਗੇ, ਜਿਹੜੇ ਆਪਣੇ ਆਪ ਨੂੰ ਸੇਂਟਲੀ ਪਰਸਨੈਲਿਟੀਜ਼ ਕਲੇਮ ਕਰਦੇ ਸੀ, ਉਹ ਮੋਸਟਲੀ ਯੂਜ਼ ਕਰਦੇ ਸੀਗੇ ਇਹ ਸਾਰੇ ਰੂਪ ਦੇ ਵਿੱਚ। ਸੋ ਉਹ ਸਾਰੇ ਨੂੰ ਯੂਜ਼ ਕਰਦਿਆਂ ਹੋਇਆਂ ਇਹ ਮਹਿਸੂਸ ਕਰਨਾ ਕਿ ਈਵਨ ਜੇ ਤੁਸੀਂ ਮੈਰੂਆਨਾ ਜਾਂ ਇਹਦੇ ਰਿਲੇਟਡ ਸਾਰੀ ਜਿਹੜੀ ਕੈਨੇਬਿਸ ਦੀ ਲਾਈਨ ਹੈ ਸਟੱਡੀ ਕਰੋਗੇ ਅਤੇ ਇਹ ਦੱਸਦਾ ਕਿ ਜਦੋਂ ਸਾਡੇ ਇਹ ਬਲੱਡ ਸਟਰੀਮ ਦੇ ਜ਼ਰੀਏ ਸਾਡੇ ਬ੍ਰੇਨ 'ਚ ਜਾਂਦੀ ਹੈ ਅਤੇ ਲੌਂਗ ਰਨ ਦੇ 'ਚ ਸਾਡੇ ਬ੍ਰੇਨ ਦੇ ਜਿਸ ਪਾਰਟ ਨੂੰ ਇਹ ਅਫੈਕਟ ਕਰਦੀ ਹੈ ਉਸ ਪਾਰਟ ਨੂੰ ਕਿਹਾ ਜਾਂਦਾ ਆਨੰਦਾ ਮਾਈਂਡ। ਸ਼ੁਰੂਆਤ 'ਚ ਬੜਾ ਅਹਿਸਾਸ ਹੋਇਆ ਕਿ ਇਹ ਕਿਹੜਾ ਨਾਮ ਆ, ਫਿਰ ਪਤਾ ਲੱਗਾ ਆਨੰਦਾ ਮੀਨ ਆਨੰਦ, ਖੁਸ਼ੀ। ਇੱਕ ਐਸਾ ਬ੍ਰੇਨ ਦਾ ਹਿੱਸਾ ਜਿਹੜਾ ਇੱਕ ਹੈਲੂਸੀਨੇਸ਼ਨਸ ਦੀ ਐਸੀ ਦੁਨੀਆ 'ਚ ਲੈ ਜਾਏ ਜਿੱਥੇ ਬੰਦੇ ਨੂੰ ਬੈਠੇ ਬੈਠੇ ਨੂੰ ਖੁਸ਼ੀ ਮਹਿਸੂਸ ਹੋਏ। ਰਿਐਲਿਟੀ 'ਚ ਕੋਈ ਖੁਸ਼ੀ ਨਹੀਂ ਹੈ, ਬੰਦਾ ਇੱਕ ਫੀਲ ਹੀ ਕਰੀ ਜਾ ਰਿਹਾ ਬਸ। ਇਹ ਸਾਰਾ ਜੇ ਸਮਾਜ ਸਾਰਾ ਐਵੇਂ ਫੀਲ ਕਰਨ ਲੱਗ ਜੇ, ਕੌਣ ਇੱਥੇ ਜਿਹੜਾ ਹੈਗਾ ਕੋਈ ਕੰਮਕਾਰ ਕਰੇਗਾ, ਕੋਈ ਤਰੱਕੀ ਕਰੇਗਾ, ਕੋਈ ਇਨੋਵੇਸ਼ਨ ਹੋਏਗੀ? ਕੁਝ ਵੀ ਨਹੀਂ ਹੋਏਗਾ। ਸੋ ਸਾਰੇ ਤੋਂ ਕਿਹਾ ਗਿਆ ਬਾਹਰ ਆ ਜਾਓ। ਜਾਂ ਫਿਰ ਇਹਦੇ ਨਾਲ ਹੋਰ ਚੀਜ਼ਾਂ ਵੀ ਹੁੰਦੀਆਂ, ਜਿਵੇਂ ਚੀਜ਼ਾਂ ਨੂੰ ਕੋਰਿਲੇਟ ਕਰ ਲਿਆ ਜਾਂਦਾ। ਜਿਹੜੇ ਜਿਵੇਂ ਹਿਪਨੋਸਿਸ ਹੁੰਦੇ ਨਾ, ਬੰਦੇ ਨੂੰ ਕਿਸੇ ਚੀਜ਼ ਨੂੰ ਵਾਰ-ਵਾਰ ਇੱਕ ਚੀਜ਼ ਕੋਈ ਕੈਮੀਕਲ ਦੇ ਕੇ ਸੁਣਾਈ ਜਾਓ, ਉਸੇ ਕਿਸਮ ਦੇ ਨਾਲ ਬੰਦਾ ਫਿਰ ਸੋਚਣ ਲੱਗ ਜਾਂਦਾ, ਉਸੇ ਕਿਸਮ ਦੀਆਂ ਆਵਾਜ਼ਾਂ ਸੁਣਨ ਲੱਗ ਜਾਂਦੀਆਂ ਲਗਾਤਾਰ, ਜਿਸ ਨੂੰ ਅੱਜ ਦੀ ਤਾਰੀਖ ਦੇ ਵਿੱਚ ਖਾਸ ਕਰਕੇ ਸਾਈਕੋਸਿਸ ਹੋਣਾ ਕਹਿ ਦਿੰਦੇ ਆ। ਲੋਕ ਕਹਿੰਦੇ ਨੇ ਕਿ ਲੋਕਾਂ ਨੂੰ ਜਿਹੜਾ ਹੈਗਾ ਇੱਕ ਤਰ੍ਹਾਂ ਦੇ ਨਾਲ ਸਕਿਜ਼ੋਫਰਨਿਕ ਹੋ ਜਾਂਦੇ ਲੋਕਾਂ ਨੂੰ ਜਿਹੜਾ ਹੈਗਾ ਸਕਿਜ਼ੋਫਰਨਿਕ ਵੇ ਦੇ ਨਾਲ ਪੈਰਾਨੋਇਡਸ ਹੋਣੇ ਸ਼ੁਰੂ ਹੋ ਜਾਂਦੇ। ਇਹ ਸਾਰੇ ਨੂੰ ਇੱਕ ਰਿਲੀਜੀਅਸ ਜਮਾਤ ਦੇ ਵਿੱਚ ਯੋਗਿਕ ਉਸ ਕਿਰਿਆ ਕਲਾਪ ਦੇ ਵਿੱਚ ਕਿਹਾ ਗਿਆ ਇੱਕ ਖਾਸ ਸੰਗੀਤ ਸੁਣਦਾ ਆ। ਕਿੰਕੁਰੀ ਉਹ ਇੱਕ ਸਿੰਗ ਹੁੰਦਾ, ਉਹਦੇ 'ਚ ਕੁਝ ਸੁਰਾਖ ਕੱਢ ਕੇ ਖਾਸ ਕਿਸਮ ਦੀ ਆਵਾਜ਼ ਕੱਢਦੇ ਅਤੇ ਉਹ ਲਗਾਤਾਰ ਉਸ ਕਿਸਮ ਦਾ ਜਿਹੜਾ ਸਬਸਟੈਂਸ ਲੈ ਕੇ ਉਹ ਆਵਾਜ਼ ਸੁਣੀ ਜਾਣੀ ਅਤੇ ਫਿਰ ਜਿੱਧਰ ਵੀ ਜਾਣਾ ਲੱਗਣਾ ਆਵਾਜ਼ ਸੁਣ ਰਹੀ ਆ ਉਹ। ਇਹ ਚੀਜ਼ਾਂ ਰਹੀਆਂ, ਇਹੋ ਜਿਹੇ ਸੈਕਟ ਈਵਨ ਅਜੇ ਤੱਕ ਵੀ ਮੌਜੂਦ ਨੇ। ਸਾਡੇ ਘਰ ਦੇ ਵਿੱਚ ਵੀ ਕੁਝ ਇਹੋ ਜਿਹਾ ਹੈ ਤਬਕਾ ਜਿਹੜਾ ਕਹਿੰਦਾ ਕਿ ਮੈਨੂੰ ਇਸ ਕਿਸਮ ਦੀਆਂ ਆਵਾਜ਼ਾਂ ਸੁਣਦੀਆਂ, ਮੈਨੂੰ ਈਵਨ ਰਿਲੀਜੀਅਸ ਸਾਈਡ ਤੋਂ ਵੀ ਤੁਸੀਂ ਕਹਿ ਲਵੋ ਇਹ ਪੈਰਾਨੋਇਡਸ ਨੇ। ਇਹ ਬੰਦੇ ਦੀ ਜਿਹੜੀ ਹੈ ਇਹ ਹੈਲਥੀ ਸਟੇਟ ਆਫ ਮਾਈਂਡ ਨਹੀਂ ਹੈਗੀ। ਬੰਦਾ ਰਿਐਲਿਟੀ 'ਚ ਨਹੀਂ ਜੀ ਰਿਹਾ। ਰਿਐਲਿਟੀ ਦੇ 'ਚ ਬਾਣੀ ਇਹ ਕਹਿ ਰਹੀ ਹੈ ਕਿ ਕੰਨਾਂ ਨੂੰ ਜੇ ਆਵਾਜ਼ ਪੈਦਾ ਹੋ ਰਹੀ ਤੇ ਉਹ ਸੁਣੇ, ਜੇ ਆਵਾਜ਼ ਪੈਦਾ ਨਹੀਂ ਹੋ ਰਹੀ ਤੇ ਨਹੀਂ ਸੁਣੇ। ਇਸ ਤਰ੍ਹਾਂ ਦੀ ਸੋਚ, ਇਸ ਕਿਸਮ ਦਾ ਬੰਦੇ ਦਾ ਜੀਵਨ ਹੋਣਾ ਚਾਹੀਦਾ। ਇੱਥੇ ਜਿਹੜੀ ਬਾਤ ਕੀਤੀ ਗਈ ਨਾ, ਜਿਵੇਂ ਅਸੀਂ ਆਹ ਸ਼ਬਦ ਪੜ੍ਹ ਰਹੇ ਹੈਗੇ ਆ, ਮਹਾਰਾਜ ਬਿਆਨ ਕਰਦੇ ਕਿ ਭਾਈ ਗੱਲ ਇਹ ਹੈ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਜਿਹੜੇ ਉਹ ਤੂਰੇ, ਉਸ ਕਿਸਮ ਦੇ ਜਿਹੜੇ ਸੰਗੀਤ, ਉਸ ਕਿਸਮ ਦੇ ਸਾਜ਼ ਜਿਹੜੇ ਅਨਹਦ ਨੇ। ਹੁਣ ਅਨਹਦ ਸਾਜ਼ ਇੱਕ ਤੇ ਪੈਰਾਨੋਇਡਸ ਵਿੱਚ ਲੈ ਜਾਓ ਤੇ ਉਹ ਸਾਰੇ ਸੰਕਲਪ ਨੂੰ ਲੈ ਆਓ। ਉਹਦੇ ਬਾਬਤ ਜਿੱਥੋਂ ਤੱਕ
ਮੇਰੀ ਨੌਲੇਜ ਆ, ਮੇਰੀ ਅੰਡਰਸਟੈਂਡਿੰਗ ਹੈਗੀ ਹੈ ਮਹਾਰਾਜ ਦੀ ਨਵਾਜ਼ਿਸ਼ ਦੇ ਨਾਲ, ਮੈਨੂੰ ਕੁਝ ਵੀ ਇਹੋ ਜਿਹਾ ਕੋਈ ਚੀਜ਼ ਨਹੀਂ ਮਿਲੀ ਜਿਹਦੇ 'ਚ ਕਿਹਾ ਗਿਆ ਹੋਏ ਕਿ ਕੋਈ ਉਸ ਪੈਰਾਨੋਇਡਸ ਵਿੱਚ ਚੀਜ਼ ਜਾਏਗੀ। ਹਾਂ, ਇਹ ਜ਼ਰੂਰ ਅੰਡਰਸਟੈਂਡਿੰਗ ਹੋਈ ਸਮੁੱਚਾ ਗੁਰਮਤਿ ਦਾ ਲਿਟਰੇਚਰ ਪੜ੍ਹਦੇ ਆ ਕਿ ਬੰਦਾ ਹਰ ਵਕਤ ਆਪਣੀ ਖੁਸ਼ੀ ਨੂੰ ਕਿਸੇ ਨਾ ਕਿਸੇ ਚੀਜ਼ ਤੇ ਡਿਪੈਂਡੈਂਟ ਕਰਕੇ ਵੇਖ ਰਿਹਾ ਆ। ਇੱਕ ਕਾਰਜ ਹੋਏਗਾ ਤਾਂ ਖੁਸ਼ੀ ਹੋਏਗੀ, ਦੂਸਰਾ ਹੋਏਗਾ ਤਾਂ ਖੁਸ਼ੀ ਹੋਏਗੀ, ਪਰ ਜੀਵਨ ਦੇ ਵਿੱਚ ਕਿਸੇ ਰਾਹ ਦੇ ਉੱਤੇ ਤੁਰਦੇ ਰਹਿਣਾ। ਆਪ ਦੇਖੋ, ਅਲਟੀਮੇਟ ਅਚੀਵਮੈਂਟ ਜਿਹੜੀ ਹੈ ਉਹ ਤੇ ਉਸ ਦਿਨ ਸਥਾਪਿਤ ਹੁੰਦੀ ਜਿਸ ਦਿਨ ਗੁਰੂ ਨਾਨਕ ਸਾਹਿਬ ਦੇ ਕਹੇ ਹੋਏ ਬੋਲ, ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਹ ਇੱਕ ਸਮਾਜ ਦੇ ਆਮ ਮਨੁੱਖ ਆਮੋ ਖਾਸ ਸਭ ਧਾਰਨ ਕਰ ਲੈਂਦੇ। ਉਸ ਦਿਨ ਸਮਝੋ ਗੁਰੂ ਨਾਨਕ ਸਾਹਿਬ ਦਾ ਸਕੂਲ ਆਫ ਥਾਟ ਜਿਸ ਚੀਜ਼ ਵਾਸਤੇ ਸ਼ੁਰੂ ਹੋਇਆ, ਜਿਹੜਾ ਬੀਜ ਬੀਜਿਆ ਸੀ, ਉਸ ਨੂੰ ਉਹ ਫਲ ਲੱਗ ਗਿਆ। ਬਾਬਾ ਜੀ ਨੇ ਦੀ ਐਕਸਰਸਾਈਜ਼ ਕੀਤੀ, ਲਗਾਤਾਰ ਚੱਲਦੇ ਰਹੇ, 10 ਜ਼ਿੰਦਗੀਆਂ ਲਾ ਦਿੱਤੀਆਂ। ਤੇ ਇੱਕ ਦਿਨ ਪਤਾ ਕੀ ਹੋਇਆ, ਗੁਰੂ ਗੋਬਿੰਦ ਸਿੰਘ ਸਾਹਿਬ ਜੋ ਹੈ ਹੱਥ ਦੇ ਵਿੱਚ ਕਿਰਪਾਨ ਫੜ ਕੇ ਸਟੇਜ ਤੇ ਖੜੇ ਹੋ ਗਏ ਤੇ ਕਿਹਾ, ਭਾਈ ਸਿਰ ਚਾਹੀਦਾ ਗੁਰੂ ਨੂੰ, ਕੌਣ ਦੇਗਾ? ਆਓ, ਇੱਕ ਸਿਰ ਚਾਹੀਦਾ। ਭਾਈ ਦਇਆ ਰਾਮ ਜੀ ਉੱਠ ਕੇ ਖੜੇ ਗਏ, ਭਾਈ ਧਰਮਚੰਦ ਜੀ ਉੱਠ ਕੇ ਚਲੇ ਗਏ। ਐਕਚੁਅਲੀ ਜਿਹੜੀ ਚੀਜ਼ ਨੂੰ ਗੁਰੂ ਸਾਹਿਬ ਨੇ ਬੀਜਿਆ ਪਹਿਲੇ ਦਿਨ ਦੇ ਵਿੱਚ, ਤੇ ਉਹਦੀ ਲਗਾਤਾਰ ਉਸਾਰੀ ਕਰਦਿਆਂ 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 ਅਜ ਉੱਥੇ ਪਹੁੰਚ ਗਿਆ। ਹਾਈਐਸਟ ਸੈਕਰੀਫਾਈਸ ਕਰਨ ਵਾਸਤੇ ਸਮਾਜ ਰੈਡੀ ਹੋ ਗਿਆ, ਐਥਿਕਸ ਵਾਸਤੇ, ਅਸੂਲਾਂ ਵਾਸਤੇ, ਪ੍ਰਿੰਸੀਪਲ ਵਾਸਤੇ, ਜ਼ਿੰਦਗੀ ਦੇ ਵੱਡੇ ਮਰਹਲੇ ਵਾਸਤੇ। ਇਹ ਚੀਜ਼ ਓਵਰਨਾਈਟ ਤੇ ਨਹੀਂ ਹੋਈ। ਮਤਲਬ ਪਹਿਲੇ ਜਾਮੇ 'ਚ ਭਾਈ ਲਹਿਣਾ ਜੀ ਰੈਡੀ ਨੇ ਗੁਰੂ ਸਾਹਿਬ ਨੂੰ ਆਪਣਾ ਜੀਵਨ ਦੇਣ ਵਾਸਤੇ, ਕੁਝ ਹੋਰ ਗੁਰਸਿੱਖ ਪਿਆਰੇ ਨੇ, ਪਰ ਮੋਸਟਲੀ ਨਹੀਂ। ਮੋਸਟਲੀ ਤੇ ਗੁਰੂ ਸਾਹਿਬ ਨੂੰ ਧਾਨਕ ਰੂਪ ਰਹਿ ਕਰਤਾਰ ਵਾਲਾ ਜਿਹੜਾ ਸ਼ਬਦ ਆ, ਉਹਦੇ 'ਚ ਸਾਰਾ ਉਥਾਨਕਾ ਕਹਿੰਦੀ ਹੈ ਵੀ ਉਹ ਤੇ ਮੁੜ ਗਏ ਵਾਪਸ। ਦੂਸਰੇ ਜਾਮੇ 'ਚ ਫਿਰ ਇਹੋ ਜਿਹੀ ਬਾਤ ਹੋਈ, ਘਰ ਦੇ ਆਪਣੇ ਬੱਚੇ ਦਾਤੂ ਜੀ ਦਾਸੂ ਜੀ ਮੰਨਣ ਨੂੰ ਤਿਆਰ ਨਹੀਂ, ਭਾਈ ਬਾਬਾ ਅਮਰਦਾਸ ਕਿਸ ਲੈਵਲ ਤੇ। ਤੀਸਰੇ ਜਾਮੇ 'ਚ ਗੁਰੂ ਅਮਰਦਾਸ ਸਾਹਿਬ, ਹਾਂ ਬਿਲਕੁਲ ਠੀਕ ਹੈ, ਸਮਾਜ ਦੇ ਬਹੁਤ ਹਿੱਸੇ 'ਚ ਤਬਦੀਲੀ ਆਈ, ਪਰ ਅਜੇ ਵੀ ਐਸੇ ਲੋਕ ਹੈ ਨੇ ਜਿਹੜੇ ਇਸ ਕਿਸਮ ਦੇ। ਫਿਰ ਕਰਦਿਆਂ 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 ਤੇ ਇਹ ਨਹੀਂ ਕਿਤੇ ਉਦਾਸੀਨਤਾ ਹੋਏ, ਕਿਤੇ ਉਪਰਾਮਤਾ ਹੋਏ। ਜੀਵਨ ਦੇ ਹਰ ਲਹਿਜੇ ਦੇ ਵਿੱਚ ਸੁੱਖ ਹੈ, ਖੁਸ਼ੀ ਹੈ। ਇਹ ਉਸ ਪ੍ਰੋਗਰੈਸ ਵਾਲੇ ਪਾਸੇ ਵੱਧ ਰਹੇ ਹਾਂ ਜਿੱਧਰ ਸਾਡੀ ਅਲਟੀਮੇਟ ਮੰਜ਼ਿਲੇ ਮਕਸੂਦ ਹੈ। ਤੇ ਇਸ ਸਾਰੇ ਦੇ ਬਾਬਤ ਬੰਦੇ ਨੇ ਅੱਗੇ ਵਧਣਾ ਆ। ਜਿਸ ਲੈਵਲ ਤੇ ਜਿੰਨਾ ਵੀ ਤੁਸੀਂ ਕੰਟਰੀਬਿਊਸ਼ਨ ਆਪਣਾ ਪਾਉਂਦੇ ਹੋ, ਆਪਣੇ ਆਪ ਨੂੰ ਕੰਟਰੀਬਿਊਟ ਕਰਦੇ ਹੋ, ਜਿਹਨੂੰ ਤੁਸੀਂ ਕਰ ਪਾ ਰਹੇ ਹੋ, ਦੈਟਸ ਮੋਰ ਦੈਨ ਐਨਫ। ਇਹੀ ਚੀਜ਼, ਇਹ ਸੰਗੀਤ ਤੁਹਾਡੀ ਸੁਰਤ 'ਚ ਵੱਜੇ, ਇਹ ਹੈ। ਜ਼ਰੂਰੀ ਨਹੀਂ ਕਿ ਤੁਸੀਂ ਉਸ ਚੀਜ਼ ਨੂੰ ਲਾਸਟ ਮੂਮੈਂਟ ਤੱਕ, ਹੋ ਸਕਦਾ ਤੁਹਾਡੇ ਜੀਵਨ ਦੇ ਤੁਹਾਡਾ ਇੰਨਾ ਕੰਟਰੀਬਿਊਸ਼ਨ ਹੀ ਐਨਫ ਹੋਏ, ਇਸ ਸਾਰੇ ਨੂੰ ਤੁਸੀਂ ਸੁਣ ਸਕੋ। ਇਹ ਤੁਹਾਡਾ ਅਨਹਦ ਸੰਗੀਤ ਆ। ਇੱਕ ਐਸੀ ਬਾਤ ਆ ਜਿਹੜੀ ਆਪਣੀ ਸੁਰਤ 'ਚ ਬੰਦੇ ਨੂੰ ਸਮਝ ਆਵੇ ਤੇ ਉਹਦਾ ਅਹਿਸਾਸ ਬੰਦੇ ਨੂੰ ਰਹੇ, ਫਿਰ ਇਹਦੇ ਨਾਲ ਬੰਦਾ ਉਸ ਖੁਸ਼ੀ ਦੇ ਗੀਤ ਨੂੰ ਗਾਉਂਦਾ ਹੋਇਆ ਅੱਗੇ ਵੱਧਦਾ ਆ। ਗੁਰੂ ਬਾਬਾ ਜੀ ਉਹਦੀ ਬਾਤ ਕਰਦੇ ਕਿ ਹੋਇਆ ਇਹ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਓ। ਅਗਲਾ ਬਚਨ ਹੈ, ਤਾਪ ਪਾਪ ਸੰਤਾਪ ਬਿਨਾਸੇ। ਇਹਦੀ ਵਿਆਖਿਆ ਬੜੀ ਡਿਟੇਲਡ ਵੇ ਦੇ ਨਾਲ ਤੁਸੀਂ ਸ਼ਬਦਕੋਸ਼ ਦੀ ਮਦਦ ਨਾਲ ਵੇਖ ਸਕਦੇ ਹੋ ਜੇ ਖੁਦ ਵੇਖਣਾ ਚਾਹੋ ਤੇ। ਤਾਪ ਪਾਪ ਸੰਤਾਪ ਕਹਿੰਦੇ ਨੇ ਸਾਨੂੰ 3 ਹੀ ਰੋਗ ਨੇ, ਆਦ ਵਿਆਦ ਤੇ ਉਪਾਦ। ਜਿਨ੍ਹਾਂ ਨੂੰ ਥੋੜਾ ਹੋਰ ਡਿਟੇਲਡ ਵੇ ਦੇ ਚਲੇ ਜਾਈਏ ਤੇ ਰਜੋ ਤਮੋ ਤੇ ਸਦੋ। ਜੇ ਹੋਰ ਡੀਪ ਚਲੇ ਜਾਈਏ ਦੈਵਿਕ, ਦੈਹਿਕ ਤੇ ਭੌਤਿਕ। ਇਸ ਨੂੰ ਜੇ ਹੋਰ ਸਿੰਪਲ ਕਰਕੇ ਦੇਖਣਾ ਹੋਏ ਤੇ ਜਿਵੇਂ ਇੱਥੇ ਬਾਤ ਆ ਰਹੀ ਹੈ ਕਿ ਤਾਪ ਪਾਪ ਸੰਤਾਪ। ਤਾਪ ਸਰੀਰਕ ਰੂਪ 'ਚ ਲੱਗਣ ਵਾਲੀ ਜਿਹੜਾ ਕਹਿ ਲਓ ਕਿ ਸਾਨੂੰ ਕੋਈ ਚੈਲੰਜ ਹੈਗਾ, ਜਿਵੇਂ ਡਿਜ਼ੀਜ਼ ਹੈਗੀਆਂ ਨੇ, ਸਭ ਤਾਪ ਵਿੱਚ ਆ ਜਾਂਦੀਆਂ ਨੇ। ਇਸ ਤੋਂ ਬਾਅਦ ਪਾਪ, ਇਹਦਾ ਸਰੀਰ ਨਾਲ ਸਿੱਧੇ ਤੌਰ ਤੇ ਸੰਬੰਧ ਨਹੀਂ ਹੈਗਾ, ਇਹਦਾ ਮਨ ਨਾਲ ਸੰਬੰਧ ਆ। ਜਿਵੇਂ ਕੋਈ ਐਸਾ ਕੰਮ ਕਰ ਦਿੱਤਾ ਜਿਹੜਾ ਕੰਮ ਕਰਨਾ ਨਹੀਂ ਸੀ ਚਾਹੀਦਾ ਤੇ ਉਹਦਾ ਗਿਲਟ ਫੀਲ ਹੋ ਰਿਹਾ, ਇਹ ਪਾਪ ਹੈ। ਸੰਤਾਪ, ਇਹ ਅਧਿਆਤਮੀ ਤੌਰ ਤੇ, ਰੂਹਾਨੀ ਤੌਰ ਤੇ ਬੰਦਾ ਜਦੋਂ ਬਿਮਾਰ ਹੋ ਜਾਂਦਾ ਹੈ, ਜਿਹਨੂੰ ਤੁਸੀਂ ਕਹਿ ਲਓ ਕਿ ਬੰਦੇ ਦਾ ਸਪਿਰਿਟ ਹੀ ਬੰਦੇ ਦੀ ਲੋ ਹੋ ਗਈ ਹੈ। ਬੰਦੇ ਨੂੰ ਸਪਿਰਿਟ ਦੇ ਲੈਵਲ ਤੇ ਹੀ ਬੰਦੇ ਦੀ ਅੰਦਰ ਦੀ ਜਿਹੜੀ ਹੈ ਉਹ ਨਾ ਪੱਖੀ ਨੈਗੇਟਿਵਿਟੀ ਆ ਚੁੱਕੀ ਹੈ।
ਉਹਦਾ ਮਨ ਵੀ ਠੀਕ ਆ, ਮਨ ਮੰਡਲ 'ਚ ਕੋਈ ਇਸ਼ੂ ਨਹੀਂ ਗਾ, ਸਰੀਰ ਵੀ ਠੀਕ ਆ, ਪਰ ਬੰਦਾ ਬੁੱਝ ਗਿਆ ਆ। ਉਹਦੇ ਜਿਉਣ ਦੀ ਇੱਛਾ ਵੀ ਨਹੀਂ ਬਚ ਗਈ, ਉਸ ਨੂੰ ਕਿਸੇ ਲੈਵਲ ਤੇ ਤੁਸੀਂ ਬੂਸਟ ਵੀ ਨਹੀਂ ਕਰ ਸਕਦੇ। ਇੱਥੇ ਸੰਤਾਪ ਆ, ਇਹ ਆਤਮਿਕ ਤੌਰ ਤੇ ਬੰਦਾ ਲੋ ਹੋ ਗਿਆ ਆ। ਸੋ ਇਹ ਕਿਆ ਤਾਪ ਪਾਪ ਸੰਤਾਪ ਵਿਨਾਸੇ, ਤਿੰਨੇ ਤਰ੍ਹਾਂ ਦੀਆਂ ਜਿਹੜੀਆਂ ਤਕਲੀਫਾਂ ਨੇ, ਮੁਸ਼ਕਿਲਾਂ ਨੇ। ਸਰੀਰ ਦਾ ਅਨਹੈਲਦੀ ਹੋਣਾ ਬਿਲਕੁਲ ਠੀਕ ਨਹੀਂ ਹੈਗਾ, ਪਰ ਅਨਹੈਲਦੀ ਸਰੀਰ ਨੂੰ ਹੈਲਦੀ ਕੰਡੀਸ਼ਨ 'ਚ ਵਾਪਸ ਲੈ ਕੇ ਆਉਣਾ, ਇਹ ਮੰਨਿਆ ਗਿਆ ਕਿ ਜੇ ਬੰਦੇ ਦਾ ਵਿਸ਼ਵਾਸ ਵੱਡਾ ਆ ਤੇ ਉਹ ਜ਼ਿੰਦਗੀ ਦੇ ਵਿੱਚ ਕੋਈ ਐਨਰਜੀ ਵੇਖਦਾ ਆਲੇ ਦੁਆਲੇ, ਉਹਨੂੰ ਲੱਗਦਾ ਮੇਰੇ ਅਜੇ ਕੰਟਰੀਬਿਊਟ ਕਰਨ ਵਾਸਤੇ ਧਰਤੀ ਤੇ ਹੈ ਕੁਝ, ਉਹ ਸਰੀਰਕ ਰੋਗਾਂ ਨਾਲ ਲੜ ਸਕਦਾ, ਉਸ ਨੂੰ ਸਮਰੱਥਾ ਮਿਲ ਜਾਂਦੀ। ਇਨ ਬਿਨ ਪਾਪ, ਜਿਸ ਚੀਜ਼ ਦੇ ਉੱਤੇ ਰਿਗਰੈਟ ਹੈ, ਗਿਲਟ ਆ, ਇਸ ਸਾਰੇ ਦੇ ਰੂਪ ਦੇ ਵਿੱਚ ਉਸ ਗਿਲਟੀ ਫੀਲ ਕਰਦਾ ਹੋਇਆ ਬੰਦਾ ਕਈ ਵਾਰੀ ਆਪਣੇ ਆਪ ਨੂੰ ਮੁਕਾਉਣ ਤੱਕ ਵੀ ਤੁਰ ਜਾਂਦਾ। ਪਰ ਜੇ ਬੰਦਾ ਉਸ ਚੀਜ਼ 'ਚੋਂ ਲਰਨ ਕਰੇ, ਰਿਮੋਰਸਫੁਲ ਹੋਏ, ਓ ਯੈਸ ਆਈ ਡਿਡ ਸਮਥਿੰਗ ਰੋਂਗ, ਬਟ ਯੂ ਨੋ ਜੋ ਹੋਇਆ ਉਹ ਪਾਸਟ ਸੀਗਾ, ਹੁਣ ਪ੍ਰੈਜ਼ੈਂਟ ਆ, ਉਹਦੇ ਵਿੱਚੋਂ ਲੈਸਨ ਲਰਨ ਕੀਤਾ ਤੇ ਹੁਣ ਕੋਈ ਚੰਗੀ ਚੀਜ਼ ਕੰਟਰੀਬਿਊਟ ਕਰਨੀ ਜਿੰਨਾ ਜੀਵਨ ਆ। ਪਾਪ ਤੋਂ ਮੁਕਤ ਹੋ ਗਿਆ ਬੰਦਾ, ਇਹੀ ਪਾਪ ਦੀ ਮੁਕਤੀ ਹੈ। ਜੇ ਗੁਰੂ ਸਾਹਿਬ ਸੱਜਣ ਸ਼ੇਖ ਨੂੰ ਸ਼ੀਸ਼ਾ ਵਿਖਾਉਂਦੇ ਤੇ ਇਹ ਥੋੜ੍ਹਾ ਵਿਖਾਉਂਦੇ ਵੀ ਸ਼ੇਖ ਕੰਮ ਬਹੁਤ ਮਾੜੇ ਹੋ ਗਏ, ਤੂੰ ਧਰਤੀ ਤੇ ਬੋਝ ਹੈ, ਹੁਣ ਤੈਨੂੰ ਧਰਤੀ ਤੇ ਰਹਿਣਾ ਨਹੀਂ ਚਾਹੀਦਾ। ਬਾਬਾ ਜੀ ਉਹਨੂੰ ਕਹਿੰਦੇ ਨਾ, ਉਹ ਵੀ ਤੂੰ ਸੱਜਣ ਇੰਨੇ ਮਾੜੇ ਕੰਮ ਕੀਤੇ, ਇਹ ਵੀ ਤੂੰ ਜਿਹਨੂੰ ਅੱਜ ਸਮਝ ਆ ਗਈ, ਤੇ ਇਹ ਵੀ ਤੂੰ ਹੋਵੇਂਗਾ ਜਿਹੜਾ ਇਸ ਸਾਰੇ ਤੋਂ ਸਬਕ ਸਿੱਖ ਕੇ ਆਪ ਸੁਧਰੇਗਾ, ਹੋਰਾਂ ਨੂੰ ਸੁਧਰਨ ਵਾਸਤੇ ਪ੍ਰੇਰਣਾ ਦੇਵੇਂਗਾ। ਇਹਦਾ ਮਤਲਬ ਪਾਪ ਦਾ ਨਾਸ ਹੋ ਜਾਏਗਾ। ਇਹੀ ਪਾਪ ਹੈ, ਇਹੀ ਪਾਪ ਦਾ ਨਾਸ ਹੈ। ਫਿਰ ਸੰਤਾਪ, ਹਾਂ ਭਾਈ, ਇਹਦੇ ਬਾਬਤ ਇਹ ਹੈ ਕਿ ਇੱਕ ਡੀਪ ਲੈਵਲ ਦੀ ਐਜੂਕੇਸ਼ਨ, ਸਾਰੀ ਗੁਰਬਾਣੀ ਸਾਡਾ ਆਤਮਿਕ ਗਿਆਨ ਆ, ਜਿਹਨੂੰ ਪਤਾ ਹੀ ਨਹੀਂ ਕਿ ਇਹ ਜੀਵਨ ਦਾ ਸਫ਼ਰ ਬੜਾ ਵੱਡਾ ਆ, ਮੈਂ ਪਿੱਛੋਂ ਆਇਆ, ਅੱਗੇ ਜਾਣਾ ਆ, ਕਰਤਾਰੀ ਕੁਦਰਤ ਦੀ ਖੇਡ ਦੇ 'ਚ ਮੌਕਾ ਬਣਿਆ ਆ, ਤੇ ਕੋਈ ਜੀਵਨ ਦੀ ਸ਼ਕਤੀ ਮੇਰੇ ਅੰਦਰ ਰਵ ਰਹੀ ਹੈ। ਉਹਦਾ ਅਹਿਸਾਸ ਤੇ ਮੈਨੂੰ ਨਹੀਂ ਹੈਗਾ, ਪਰ ਮੈਂ ਉਸ ਅਹਿਸਾਸ ਨੂੰ ਪ੍ਰਾਪਤ ਕਰਨ ਵਾਸਤੇ ਐਫਰਟ ਜ਼ਰੂਰ ਪਾਵਾਂ। ਇਸ ਸਾਰੇ ਵਾਸਤੇ ਜਿਵੇਂ ਬੀਤੇ ਕੱਲ ਬੜੇ ਦੀਵੇ ਮਚਾਏ, ਬੜੀ ਰੌਸ਼ਨੀ ਕੀਤੀ, ਹਾਲਾਂਕਿ ਗੁਰਦੁਆਰਾ ਸਾਹਿਬ ਕਿਹਾ ਸੀਗਾ ਕਿ ਇੱਥੇ ਨਿਸ਼ਾਨ ਸਾਹਿਬ ਵਗੈਰਾ ਆਲੇ ਦੁਆਲੇ ਕੋਈ ਇਹੋ ਜਿਹਾ ਰਿਚੁਅਲ ਕਰਨ ਦੀ ਲੋੜ ਨਹੀਂ ਹੈ, ਪਰ ਫਿਰ ਵੀ ਆਪ ਦੇਖਦੇ ਹੋ ਸਭ ਚੀਜ਼ਾਂ ਹੋਈਆਂ। ਸਮਾਂ ਬਹੁਤ ਸੀਮਤ ਹੁੰਦਾ ਹੈ। ਬੀਤੇ ਕੱਲ ਬਾਤ ਹਾਲਾਂਕਿ ਕਰਨ ਦਾ ਅਹਿਸਾਸ ਸੀਗਾ ਮੇਰੇ ਅੰਦਰ, ਬਟ ਆਈ ਡਿਡਨਟ ਗੈਟ ਮਚ ਚਾਂਸ। ਪਰ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋ, ਆਪਨੇ ਕਿੰਨੀ ਵਾਰੀ ਸ਼ਬਦ ਪੜ੍ਹਿਆ ਹੋਣਾ ਹੈ, ਮਹਾਰਾਜ ਬਿਆਨ ਕਰਦੇ ਕਿ ਜੇ ਤੂੰ ਸਾਹਿਬ ਨੂੰ ਮਿਲਣਾ ਹੈ ਤੇ ਤੈਨੂੰ ਚਾਨਣ ਚਾਹੀਦਾ, ਇਨਲਾਈਟਮੈਂਟ। ਸੰਤਾਪ ਤੋਂ ਤਾਂ ਹੀ ਬੰਦਾ ਮੁਕਤ ਹੋ ਸਕਦਾ। ਉਹ ਕਿਵੇਂ ਹੋਏਗਾ ਬਾਬਾ ਜੀ? ਅੰਦਰ ਦਾ ਦੀਵਾ ਕਿਵੇਂ ਬਲੇਗਾ, ਰੌਸ਼ਨੀ ਕਿਵੇਂ ਬਲੇਗੀ? ਮਹਾਰਾਜ ਨੇ ਕਈ ਸ਼ਬਦ ਲਿਖੇ, ਇੱਕ ਦੋ ਸ਼ਬਦ ਮੈਂ ਬਿਆਨ ਕਰਾਂ। ਮਹਾਰਾਜ ਦਾ ਸ਼ਬਦ ਪੜ੍ਹਦੇ ਹਾਂ, ਪੋਥੀ ਪੁਰਾਨ ਕਮਾਈ ਹੈ, ਇਹਦੀ ਕਮਾਈ ਕਰ। ਜੋ ਗੁਰੂ ਸਾਹਿਬ ਜੇ ਬਾਣੀ ਆਪ ਰਚਦੇ, ਲਿਖਦੇ, ਉਸ ਬਾਣੀ ਨੂੰ ਲਿਖ ਕੇ ਰਚ ਕੇ ਆਪ ਪੜ੍ਹਦੇ, ਪੜ੍ਹਾਉਂਦੇ, ਕੀਰਤਨ ਕਰਾਉਂਦੇ, ਤੇ ਕਹਿੰਦੇ ਕੀਰਤਨ ਜਿਹੜੀ ਹੈ ਇਹ ਹਰੀ ਦੀ ਕੀਰਤੀ ਹੈ, ਮਤਲਬ ਬੜੀ ਵੱਡੀ ਗੱਲ ਆ। ਹੁਣ ਪੋਥੀ ਦੀ ਕਮਾਈ ਕੀ ਹੋਏਗੀ? ਪੋਥੀ ਦੀ ਕਮਾਈ ਤੇ ਇਹ ਹੈ ਕਿ ਮੁਸਲਸਲ ਐਫਰਟ ਪਾ ਕੇ ਗੁਰੂ ਸਾਹਿਬ ਦੇ ਦੱਸੇ ਹੋਏ ਬਚਨ, ਉਪਦੇਸ਼, ਸੰਦੇਸ਼ ਮਨ ਮੰਡਲ ਦੇ ਵਿੱਚ ਵਸਾਏ ਜਾਣ। ਮੈਨੂੰ ਹੋਰ ਸਰਲ ਕਰਕੇ ਜੇ ਬਿਆਨ ਕਰਾਂ ਤੇ ਦੇਖੋ, ਜਿਹੜਾ ਬਾਣੀ ਦਾ ਕਮਾਉਣਾ ਆ, ਕੁਝ ਇਸ ਤਰ੍ਹਾਂ ਸਮਝ ਆਇਆ, ਪਹਿਲੀ ਸਟੇਜ ਹੈ ਬਾਣੀ ਨਾਲ ਰਿਲੇਸ਼ਨਸ਼ਿਪ ਬਣਾਉਣ ਵਾਸਤੇ ਸਾਨੂੰ ਅੱਖਰ ਬੋਧ ਚਾਹੀਦੀ ਹੈ। ਅੱਖਰ ਬੋਧ ਹੋ ਗਈ, ਉਸ ਤੋਂ ਫਿਰ ਨੈਕਸਟ ਜਿਹੜਾ ਪੜਾਅ ਹੈ ਉਹ ਹੈ ਵਾਕ ਬੋਧ। ਅੱਖਰ ਬੋਧ ਮੀਨ ਸਾਨੂੰ ਜਿਵੇਂ ਗੁਰਮੁਖੀ ਅੱਖਰਾਂ 'ਚ ਗੁਰਬਾਣੀ ਲਿਖੀ ਹੈ, ਅਸੀਂ ਗੁਰਮੁਖੀ ਅੱਖਰਾਂ ਨੂੰ ਪੜ੍ਹਨਾ ਸਿੱਖ ਲਈਏ। ਬਹੁਤਾ ਔਖਾ ਨਹੀਂ ਹੈਗਾ। 35 ਟੋਟਲ ਜਿਹੜੀਆਂ ਨੇ ਧੁਨਾਂ ਬਣਦੀਆਂ ਨੇ, ਇਹਦੇ ਨਾਲ 12 ਕੁ ਮਾਤਰਾਵਾਂ ਵਾਵਲਸ ਬਣਦੇ ਨੇ, ਟੋਟਲ ਲਾਓ ਤੇ 47 ਬਣਦੇ ਨੇ। ਇੱਕ ਸਾਲ ਦੇ 52 ਵੀਕਾਂ ਹੁੰਦੀਆਂ ਨੇ, 52 ਵੀਕਸ। ਇੱਕ ਹਫ਼ਤੇ ਦੀ ਇੱਕ ਧੁਨ ਸਿਰਫ ਜਿਹੜੀ ਹੈ ਉਹਨੂੰ ਰਿਕਗਨਾਈਜ਼ ਕਰੇ ਬੰਦਾ, ਇੱਕ ਸਾਲ ਦੇ 'ਚ ਪੂਰਾ ਅੱਖਰ ਬੋਧ ਆ ਜਾਂਦਾ ਗੁਰਮੁਖੀ ਦਾ। ਹਾਲਾਂਕਿ ਇੰਨੀ ਲੋੜ ਨਹੀਂ ਹੁੰਦੀ ਕਿਸੇ ਨੂੰ। ਮੈਂ ਤੇ ਸਮਝਦਾ ਜੇ ਪੰਜਾਬੀ ਥੋੜ੍ਹੀ ਪਰਿਵਾਰ 'ਚ ਬੋਲੀ ਜਾਂਦੀ ਹੈ, ਥੋੜ੍ਹਾ ਪਤਾ ਆ, ਤੇ 47 ਡੇਜ਼ ਆਰ ਮੋਰ ਦੈਨ ਐਨਫ। 1 ਮਹੀਨਾ ਪਲੱਸ ਬੰਦੇ ਨੂੰ ਇੰਨੇ 'ਚ ਅੱਖਰ ਬੋਧ ਆ ਜਾਂਦਾ। ਅੱਖਰ ਬੋਧ ਤੋਂ ਬਾਅਦ ਹੈ ਵਾਕ ਬੋਧ।
ਉਹਦੇ ਲਈ ਥੋੜ੍ਹੀ ਜਿਹੀ ਐਫਰਟ ਪਾਉਣੀ ਪੈਂਦੀ, ਥੋੜ੍ਹਾ ਕਿਤਾਬਾਂ ਪੜ੍ਹਨੀਆਂ ਪੈਂਦੀਆਂ, ਲਿਟਰੇਚਰ ਪੜ੍ਹਨਾ ਪੈਂਦਾ, ਤਾਂ ਕਿ ਵਾਕਾਂ ਨੂੰ ਜੋੜ ਕੇ ਉਹ ਸਾਰੇ ਦੇ ਵਿੱਚ ਜੋ ਚੀਜ਼ ਧੁਨ, ਜੋ ਆਵਾਜ਼ ਆਉਂਦੀ, ਉਹ ਕਿਵੇਂ ਆਉਂਦੀ ਹੈ। ਫਿਰ ਥੋੜ੍ਹਾ ਹਰਫ ਬੋਧ ਅਤੇ ਥੋੜ੍ਹਾ ਜਿਹਾ ਪਾਠ ਬੋਧ, ਇਹ ਬੜਾ ਜ਼ਰੂਰੀ ਹੈ। ਇਹਦੇ ਲਈ ਫਿਰ ਸੰਥਿਆ ਚਾਹੀਦੀ ਹੁੰਦੀ ਹੈ, ਕਿਉਂਕਿ ਪਾਠ ਕਰਦਿਆਂ ਹੋਇਆਂ ਬੰਦੇ ਨੂੰ ਜੇ ਸਾਹ ਚੜ੍ਹੇ, ਬੰਦਾ ਵਾਰ-ਵਾਰ ਉੱਕੇ, ਵਾਰ-ਵਾਰ ਅੱਖਰਾਂ ਨੂੰ ਪੜ੍ਹਦਾ ਹੋਇਆ ਮਤਲਬ ਰੁਕੇ, ਫਿਰ ਪਿੱਛੇ ਜਾਏ, ਫਿਰ ਇਹਦਾ ਮਤਲਬ ਜੇ ਪਾਠ ਬੋਧ ਨਹੀਂ ਹੈਗਾ। ਪਾਠ ਬੋਧ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਐਸੀ ਰਿਦਮ ਆ ਜਾਏ, ਤੁਹਾਡੀ ਸਵਾਸ ਕਿਰਿਆ ਜਿਹੜੀ ਹੈ ਇਹ ਡਿਸਟਰਬ ਨਾ ਹੋਏ, ਤੁਹਾਨੂੰ ਇਹ ਨਾ ਪਤਾ ਲੱਗੇ ਸਾਹ ਕਦੋਂ ਆ ਰਿਹਾ ਤੇ ਕਦੋਂ ਛੁੱਟ ਰਿਹਾ। ਦੈਟ ਮੀਨ ਪਾਠ ਹੋ ਗਿਆ ਆ। ਪਾਠ ਬੋਧ ਇਹ ਹੁੰਦਾ ਹੈ। ਬੰਦਾ ਤੇ ਇੱਕ ਨੈਚੁਰਲ ਵੇ ਨਾਲ ਜਿਹੜੇ ਉਹਦੇ 'ਚ ਪੌਜ਼ ਨੇ, ਸੈਮੀ ਪੌਜ਼ ਨੇ, ਫੁੱਲ ਪੌਜ਼ ਆ, ਉਹ ਸਾਰਾ ਫਿਰ ਆਪਣੇ ਆਪ ਇੱਕ ਰਿਦਮ ਵਿੱਚ ਆ ਜਾਏਗਾ। ਇਹ ਇੱਕ ਲਮੇਰੀ ਐਕਸਰਸਾਈਜ਼ ਆ। ਪਾਠ ਬੋਧ ਤੋਂ ਬਾਅਦ ਫਿਰ ਅਗਲਾ ਪੜਾਅ ਹੁੰਦਾ ਅਰਥ ਬੋਧ। ਮੈਂ ਬੇਨਤੀ ਕਰ ਰਿਹਾ, ਸੰਤਾਪ ਮਿਟਾਉਣ ਦਾ ਜਿਹੜਾ ਤਰੀਕਾ ਗੁਰੂ ਸਾਹਿਬ ਨੇ ਦੱਸਿਆ, ਉਸ ਕਿਹਾ ਬਾਣੀ ਨਾਲ ਜੁੜ, ਉਪਦੇਸ਼ ਨਾਲ ਜੁੜ। ਤੇ ਇਹਦੇ ਨਾਲ ਜੁੜਨ ਵਾਸਤੇ ਤੈਨੂੰ ਕਿਸੇ ਹੋਰ ਮੀਡੀਏਸ਼ਨ ਦੀ ਲੋੜ ਨਹੀਂ, ਤੈਨੂੰ ਐਫਰਟ ਹੀ ਪਾਉਣੀ ਪਏਗੀ। ਹਾਂ, ਜਿਹੜਾ ਤੈਨੂੰ ਅੱਖਰ ਬੋਧ ਦੇ ਵਿੱਚ, ਵਾਕ ਬੋਧ ਦੇ ਵਿੱਚ, ਹਰਫ ਬੋਧ ਵਿੱਚ, ਪਾਠ ਬੋਧ ਵਿੱਚ ਮਦਦ ਦੇ ਦੇਵੇ, ਹਾਂ ਉਹ ਮਦਦ ਲੈ ਲੈ ਤੂੰ। ਉੱਥੇ ਗੁਰਸਿੱਖ ਪਿਆਰੇ, ਸੰਗਤ, ਇਹ ਸਭ ਮਦਦ ਕਰ ਸਕਦੀ ਹੈ ਉਸ ਰੂਪ ਦੇ ਵਿੱਚ। ਫਿਰ ਜਦੋਂ ਪਾਠ ਬੋਧ ਹੋ ਗਿਆ, ਇੱਕ ਰਿਦਮ ਦੇ ਵਿੱਚ ਬੰਦੇ ਨੂੰ ਅਲਾਪਣਾ ਆ ਗਿਆ, ਫਿਰ ਜਿਹੜਾ ਇਸ ਤੋਂ ਨੈਕਸਟ ਪੜਾਅ ਬਣਦਾ ਹੈ, ਉਹ ਬਣਦਾ ਅਰਥ ਬੋਧ। ਇਹਦੇ ਲਈ ਫਿਰ ਤੁਹਾਨੂੰ ਗੁਰਮੁਖਾਂ ਦੀ ਸੰਗਤ ਵੀ ਮਦਦ ਕਰਦੀ ਹੈ। ਗੁਰਮੁਖਾਂ ਦੁਆਰਾ ਜਿਹੜਾ ਪ੍ਰੋਡਿਊਸ ਕੀਤਾ ਗਿਆ ਲਿਟਰੇਚਰ, ਉਹ ਵੀ ਮਦਦ ਕਰਦਾ ਹੈ। ਜਿਵੇਂ ਸਾਡੇ ਘਰ 'ਚ ਸਭ ਤੋਂ ਵੱਡੀ ਜਿਹੜੀ ਮਦਦ ਕਹਿ ਲਓ, ਉਹ ਮਹਾਨ ਕੋਸ਼ ਆ, ਸ਼ਬਦ ਕੋਸ਼ ਦੇ ਰੂਪ ਦੇ ਵਿੱਚ ਇੱਕ ਐਨਸਾਈਕਲੋਪੀਡੀਆ ਪੂਰਾ ਦਾ ਪੂਰਾ, ਉਹਦੀ ਮਦਦ ਲਈ ਜਾਏ। ਅਤੇ ਅਰਥ ਬੋਧ ਸਰਲ ਭਾਵ ਵਿੱਚ ਬਿਆਨ ਕਰਾਂ, ਬਹੁਤ ਸਮਾਂ ਪਹਿਲਾਂ ਮੈਨੂੰ ਯਾਦ ਹੈ, ਮੈਂ ਕੈਲੀਫੋਰਨੀਆ ਸੀ ਇੱਕ ਵਾਰੀ, ਈਵਨ ਦੋ ਆਈ ਨੈਵਰ ਡੂ ਦੀਸ ਕਾਈਂਡ ਆਫ ਥਿੰਗਸ ਐਟ ਆਲ, ਬਿਕੋਜ਼ ਮੇਰੀ ਡਿਊਟੀ ਇੱਥੇ ਨਾ ਕਿਸੇ ਨੂੰ ਜੱਜ ਕਰਨ ਦੀ ਹੈ, ਗੁਰੂ ਕੇ ਸੰਦੇਸ਼ ਨੂੰ ਜਿੰਨੀ ਕੁ ਸੋਝੀ ਉਹਦੇ ਮੁਤਾਬਕ ਵਿਆਖਿਆਨ ਦੀ ਹੈ। ਇੱਕ ਪੈਸਿਵ ਜੋਬ ਹੈ, ਮੈਂ ਇੱਥੇ ਬੈਠਾ ਇਕੱਲਾ ਕਰ ਰਿਹਾ। ਬਾਈ ਚਾਂਸ ਵੱਡੀ ਸਟੇਜ 'ਤੇ ਵੱਡਾ ਸੰਗਤ ਦਾ ਇਕੱਠ ਸੀਗਾ, ਅਤੇ ਮੈਂ ਉੱਥੇ ਆਵਾਜ਼ ਦੇ ਕੇ ਪੁੱਛਿਆ ਸੀ, ਸਾਰੇ ਜਪਜੀ ਸਾਹਿਬ ਨਾਲ ਫੈਮੀਲੀਅਰ ਹੈਗੇ ਆ, ਅੱਬਲ ਤੇ ਕੰਠ ਹੋਣਾ, ਜੇ ਕੰਠ ਨਹੀਂ ਹੋਏਗਾ ਤੇ ਸਰਲ ਤੇ ਜ਼ਰੂਰ ਹੋਏਗਾ। ਮੋਸਟਲੀ ਸਾਨੂੰ, ਅਸੀਂ ਪੰਕਤੀ ਪੜ੍ਹਦੇ ਹਾਂ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਮੈਂ ਜਾਣਨਾ ਚਾਹਾਂਗਾ ਪਾਲ ਦੇ ਕੀ ਅਰਥ ਬਣਦੇ ਨੇ ਇੱਥੇ। ਇਹ ਵੀ ਮੈਂ ਸਮਝਦਾ ਵੀ ਸਾਰੀ ਸੰਗਤ ਨੂੰ ਪਤਾ ਨਹੀਂ ਹੋਣਾ, ਕਈ ਵਾਰੀ ਬੰਦਾ ਸ਼ਾਈ ਵੀ ਹੁੰਦਾ ਹੈ, ਬਟ ਨੋ ਵਨ ਵਾਂਟਲੀ ਰੀਅਲੀ ਵਾਂਟਸ ਟੂ ਆਨਸਰ ਇਟ ਐਟ ਆਲ। ਹੁਣ ਪਾਲ ਦਾ ਮਤਲਬ ਇੰਨਾ ਹੀ ਜੇ ਅਹਿਸਾਸ ਨਹੀਂ ਗਾ, ਅਰਥ ਬੋਧ ਇਹ ਹੈ, ਮੈਨੂੰ ਪਤਾ ਹੋਏ ਕਿਆ ਕੀ ਜਾ ਰਿਹਾ ਇਹਦੇ ਵਿੱਚ। ਸੋ ਇਹ ਹੈ ਅਰਥ ਬੋਧ। ਅਰਥ ਬੋਧ ਤੋਂ ਬਾਅਦ ਫਿਰ ਨੈਕਸਟ ਚੈਪਟਰ ਆਉਂਦਾ ਹੈ, ਉਹ ਹੈ ਭਾਵ ਬੋਧ। ਮਜ ਗੁਰੂ ਕਾ ਹੁਕਮਨਾਮਾ ਸੁਣਿਆ ਤੇ ਮੇਰੀ ਸੁਰਤ 'ਚ ਉਹਦਾ ਭਾਵ ਆ ਜਾਏ, ਮੇਰੇ ਮਹਾਰਾਜ ਮੈਨੂੰ ਕਹਿ ਕੇ ਰਹੇ ਨੇ। ਇੱਥੇ ਰਿਲੇਸ਼ਨਸ਼ਿਪ ਬਣ ਤੁਹਾਡੀ ਸ਼ਬਦ ਨਾਲ, ਸੰਤਾਪ ਇੱਥੇ ਟੁੱਟਦਾ ਆ ਕੇ। ਮੈਨੂੰ ਫਿਰ ਜਿਹੜੀ ਅੰਦਰ ਦੇ ਮੇਰੇ ਅੰਦਰ ਇੱਕ ਕੋਈ ਫਿਕਰ ਆ, ਕੋਈ ਚਿੰਤਾ ਆ, ਕੋਈ ਖਿਆਲ ਆ, ਕੋਈ ਐਸੀ ਪੀੜਾ ਵੇਦਨ, ਕੋਈ ਗੱਲ ਆ ਜਿਹੜੀ ਮੈਂ ਕਿਸੇ ਨਾਲ ਵੀ ਨਹੀਂ ਕਰ ਸਕਦਾ, ਮੈਨੂੰ ਲੱਗਦਾ ਮੈਨੂੰ ਕੋਈ ਵੀ ਨਹੀਂ ਸਮਝ ਸਕਦਾ। ਫਿਰ ਮੈਂ ਗੁਰੂ ਦੇ ਆਗੋਸ਼ 'ਚ ਆ ਕੇ ਬੈਠਦਾ, ਮੈਂ ਇਹੋ ਜਿਹੇ ਬੋਲ ਪੜ੍ਹਦਾ ਤੇ ਸੁਣਦਾ, ਮੈਨੂੰ ਉਹਦੇ ਜਵਾਬ ਮਿਲਦੇ, ਮੇਰੀ ਤੇ ਮੇਰੇ ਗੁਰੂ ਦੀ ਇੱਕ ਰਿਲੇਸ਼ਨਸ਼ਿਪ ਬਣਦੀ, ਤੇ ਸੰਤਾਪ ਮਿਟਦਾ ਆ ਕੇ, ਸ਼ਾਂਤ, ਇੱਥੋਂ ਵੀ ਸ਼ਾਂਤ ਆਉਂਦੀ ਬੰਦੇ ਨੂੰ। ਇਹ ਚੀਜ਼ ਆ, ਇਹ ਭਾਵ ਬੋਧ ਆ। ਇਹ ਐਕਚੁਅਲੀ ਅਰਨ ਕਰਨਾ ਹੁੰਦਾ ਅਸੀਂ, ਇਹ ਅਟੇਨ ਕਰਦੇ ਹਾਂ ਅਸੀਂ। ਇਹ ਸਾਰੀ ਮੁਸ਼ਕ ਦੇਖੋ, ਬਾਣੀ ਕਹਿੰਦੀ ਹੁਕਮ ਨੂੰ ਸਮਝ। ਇਹਨੂੰ ਸਿੰਪਲ ਕਰਕੇ ਦੇਖਿਆ ਜਾਏ, ਹੁਕਮ ਮਦਰ ਨੇਚਰ ਦੇ ਲਾ ਦੀ ਗੱਲ ਕਰ ਲਓ ਤੁਸੀਂ। ਦੋ ਖੇਤ ਨੇ ਨਾਲ, ਇੱਕ ਖੇਤ ਦੇ ਵਿੱਚ ਕਿਸੇ ਨੇ ਮੁਸ਼ੱਕਤ ਪਾਈ ਹੈ, ਬੀਜ ਬੀਜੇ ਨੇ, ਗੋਡੀ ਕੀਤੀ ਹੈ, ਸੰਭਾਲ ਕੀਤੀ ਹੈ, ਅਲਟੀਮੇਟਲੀ ਸੋਨੇ ਰੰਗ ਦੇ ਦਾਣੇ, ਅਨਾਜ ਪੈਦਾ ਹੋ ਗਿਆ। ਦੂਸਰਾ ਖੇਤ ਆ, ਕੁਛ ਵੀ ਨਹੀਂ ਕੀਤਾ, ਪਰ ਇਤਰਾਜ਼ ਜ਼ਰੂਰ ਕੀਤਾ, ਹੱਦ ਹੋ ਗਈ। ਨਾਲ ਹੀ ਤੇ ਖੇਤ ਨੇ ਦੋਵੇਂ, ਇੱਕ ਪਾਸੇ ਇਤਨਾ ਅਨਾਜ ਆ ਗਿਆ, ਇੱਕ ਪਾਸੇ ਕੁਝ ਵੀ ਨਹੀਂ ਆਇਆ। ਭਾਈ ਮਿਹਨਤ ਕਿਹਨੇ ਕਰਨੀ ਸੀਗੀ? ਮਿੱਟੀ ਦਾ ਸੁਭਾਅ ਤੇ ਦੇਣਾ ਹੈ, ਦੇਗੀ ਉਹ। ਕੁਦਰਤ ਦਾ ਸੁਭਾਅ ਤੇ ਵੰਡਣਾ, ਵੰਡੇਗੀ ਉਹ। ਪਰ ਤੂੰ ਉਸ ਲੈਵਲ ਤੇ ਕੁਝ ਐਫਰਟ ਪਾਈ ਆ, ਆਹ ਚੀਜ਼ ਆ। ਜੇ ਆਪਾਂ
ਸੰਤਾਪ ਮਟੇਣਾ ਆ सोसाइटी अज वड्डी समस्या बन गई है। माफ़ी चाहांगा मैं खुद एडवोकेसी आप इन्हां हत्थां नाल मैं पेपर लिखे ने यूनीवर्सिटी दे विच इत्थे आके मैकमास्टर यूनीवर्सिटी के अंदर कि जिहड़ा हर तरह का ड्रग आ इस शुड बी द पार्ट ऑफ द किचन नॉट द पार्ट ऑफ रेगूलेटरी बोर्ड्स, क्योंकि ये पिछे बहुत सारिया होर चीज़ां भी ने। पर सच ये है क्या गया रिक्रिएशनल ड्रग्स चाहिए ने सानू भाई। बंदे नूं लग रहा है मैं जो 2 प्याले शराब पी लाँगा तो मेरी जिहड़ी है परेशानी घट जाएगी, मैं किते कोई मूवी देख आवांगा फन कर लवांगा सब। एक्चुअली इस सारे नूं बंदे ने रब तो भी वड्डा मन लिया। बंदा कहता भी होर जो मर्जी हो जाए पर आह चीज़ जिहड़ी ना ये वाकई च ये बड़ी वड्डी चीज़ है। हालांकि उन्हें ये नहीं पता लग रहा कोई संताप है जिहड़ा हंडा रहा अंदर, उसका ट्रीटमेंट क्यों नहीं करता मैं। ये सारे दे उत्ते बाणी कहती कि ये एफर्ट पा संताप तां हटेगा तेरा। जे एफर्ट पावांगे तो डेफिनेटली आत्मक तौर पर सर बुलंद हो जाएंगे। जिथे आत्मक तौर पर बंदा स्पिरिट के लैवल पर बंदा हाई हो जाए ना, फिर भावें मैंटल हैल्थ के चैलेंजेस होण ते भावें फिजिकल हैल्थ के चैलेंजेस होण, बंदा उन्होंने पार पा सकता है। गुरु बाबा जी ने ते बयान किया ताप पाप संताप बिनासे हर सिमरत किलविख सब नासे। हरि दी स्मृति करदिया किलविख, इस तरह कह लो वैसे किलविख की ट्रांसलेशन पाप की जाती शब्दकोश, पर जो डिटेल च जाओगे तो किलविख का मतलब बनता है पापां दे बीज, सीड्स ऑफ द सिंस। जे इस लैवल ते देखो तो पाप है मैं किसी नूं माड़े बोल बोले तो वह दिल दिखा दिता, ये पाप कह लो तुसी। पर एक्चुअली ये एकदम नहीं हो गया, नहीं 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 नहीं। इस तो पहला मेरे अंदर ख्याल आया, ख्याल ये आया भी मैं इस बंदे नूं बुरा कहना है, ये बीज है। इस बीज नूं मैं प्रोग्रेस होने दिती, ओदी उसनूं मैं ग्रो होने दिता, उसनूं मैं पनपण दिता। जे मैं उत्थे उहनूं डिटेक्ट करदा क्यों कास लई मेरे गुरु का हुक्म है, फिर मैं विनती करांगा। एक्चुअली जिवें कोई चीज़ कोई बीज या कोई बूटा कोई सपोज करो तुहाडे हुण ते चलो फॉल आ गई, इस तरह कह लो कि सही जिहड़ा हैगा स्प्रिंग विचों लंघ रही हुई है, समर आ रही हुई है, तो साडे बैक यार्ड दे विच या फ्रंट यार्ड दे अगे बहुत सारे जिहड़े ने पेस्ट्स ओहो जे प्लांट्स पैदा हो रहे होण, तो असीं लाइक नहीं करते, कहते नहीं नहीं ये ना एक्चुअली जिहड़ा डैंडरलिन आई डोंट लाइक इट, आई रियली वांट टू एक्चुअली टेक इट अवे। पर ਉਹਦੇ ਲਈ ਮੈਨੂੰ ਕੋਈ ਫਿਰ ਟੂਲ ਵੀ ਚਾਹੀਦਾ ਆ। ਹੱਥਾਂ ਨਾਲ ਤੇ ਮੈਂ ਨਹੁੰ ਪੱਟ ਆਪਣੇ ਤੋੜ ਲਾਂਗਾ, ਨਹੀਂ ਪੱਟ ਸਕਾਂਗਾ, ਜੇ ਯਤਨ ਵੀ ਕਰਾਂਗਾ ਥੱਕ ਜਾਵਾਂਗਾ। ਜਿਹੜਾ ਟੂਲ ਆ ਨਾ ਇੱਥੇ, ਇਹ ਟੂਲ ਆ ਕੋਈ ਗੁਰੂ ਕੇ ਬਚਨ ਗੁਰੂ ਕੇ ਹੁਕਮ, ਜਿੱਥੇ ਬਚਨ ਬੰਦੇ ਨੂੰ ਇਹ ਆਏ ਕਿ ਨਾ ਮੇਰੇ ਗੁਰੂ ਨੇ ਕਿਹਾ ਆ ਮੰਦਾ ਕਿਸੇ ਨਾ ਆਖ ਝਗੜਾ ਪਾਵਨਾ, ਇਹਦੇ ਨਾਲ ਝਗੜਾ ਵਧੇਗਾ ਘਟੇਗਾ ਨਹੀਂ। ਮੰਦਾ ਬੋਲ ਕੇ ਮੈਂ ਆਪਣੇ ਆਪ ਨੂੰ ਖੁਸ਼ੀ ਨਹੀਂ ਦੇ ਸਕਾਂਗਾ, ਲੀਵ ਇਟ। ਤੁਸੀਂ ਪਾਪ ਨੂੰ ਉਸ ਬੀਜ ਵਿੱਚ ਹੀ ਪੱਟ ਲਿਆ ਗੁਰੂ ਦੇ ਉਸ ਹੁਕਮ ਦੇ ਨਾਲ। ਅਦਰਵਾਈਜ਼ ਆਲੇ ਦੁਆਲੇ ਐਸੇ ਲੋਕ ਵੀ ਮਿਲ ਜਾਣਗੇ, ਅੱਛਾ ਇਹ ਗੱਲ ਕਹੀ ਤੂੰ ਵੀ ਕਹਿ 5-7 ਸੁਣਾ ਉਹਨੂੰ ਜਾ ਕੇ। ਇਹ ਜਿਹੜੀ ਹੈ ਪ੍ਰੋਵੋਕਿੰਗ ਹੁੰਦੀ ਜਿੱਥੇ। ਇਸ ਸਾਰੇ ਦੇ ਬਾਬਤ ਤੇਰਾ ਆਈਡੀਅਲ ਕੌਣ ਹੈ, ਗੁਰੂ ਹੈ ਜਾਂ ਆਲਾ ਦੁਆਲਾ ਆ? ਇਹ ਰੂਪ ਆ ਅਸਲ ਵਿੱਚ ਤੁਹਾਡੀ ਸ਼ਾਂਤੀ। ਇਥੋਂ ਇਹੀ ਪੀਸ ਆਫ ਮਾਈਂਡ ਲੈ ਕੇ ਆਵੇਗੀ ਚੀਜ਼। ਜੇ ਬੰਦਾ ਉਹ ਜਿਹੇ ਬੀਜ ਬੀਜੀ ਜਾਏਗਾ ਜਾਂ ਬੀਜੇ ਹੋਏ ਬੀਜ ਕਿਤੋਂ ਨਾ ਕਿਤੋਂ ਖਿਆਲ ਆ ਰਹੇ ਨੇ, ਉਹਨਾਂ ਨੂੰ ਉਸ ਲੈਵਲ ਤੇ ਗਰੋ ਹੋਣ ਦੇਗਾ, ਉਹਨਾਂ ਨੂੰ ਲਗਾਤਾਰ ਪਾਲੀ ਜਾਏਗਾ, ਤੇ ਅਲਟੀਮੇਟਲੀ ਫਿਰ ਇੱਕ ਦਿਨ ਉਹਨਾਂ ਦੀ ਹਾਰਵੈਸਟਿੰਗ ਵੀ ਹੋਏਗੀ, ਉਹਨਾਂ ਦੇ ਬੋਲ ਵੀ ਲੱਗਣਗੇ, ਉਹਨਾਂ ਦੇ ਫਲ ਵੀ ਭੁਗਤਣੇ ਪੈਣਗੇ। ਸਾਹਿਬ ਕਹਿੰਦੇ ਕਿ ਹਰ ਸਿਮਰਤ ਕਿਲਬਿਕ ਸਭ ਨਾਸੇ, ਹਰੀ ਦੀ ਸਮ੍ਰਿਤੀ ਵਿੱਚ ਜਾਇਆ, ਗੁਰੂ ਦੇ ਉਹਨਾਂ ਸੰਦੇਸ਼ਾਂ ਨੂੰ ਸੁਰਤ ਦੇ ਲੈਵਲ ਤੇ ਪਕੜਿਆ, ਇਹ ਪਾਪਾਂ ਦਾ ਵਿਨਾਸ਼ ਹੋ ਗਿਆ, ਬੀਜ ਖਤਮ ਹੋ ਗਏ। ਆਨੰਦ ਕਰੋ ਮਿਲ ਸੁੰਦਰ ਨਾਰੀ,
ਆਨੰਦ ਕਰੋ ਮਿਲ ਸੁੰਦਰ ਨਾਰੀ। ਇਹ ਵਰਡ ਵੀ ਤੁਸੀਂ ਬਾਣੀ 'ਚ ਵਾਰ-ਵਾਰ ਕਈ ਵਾਰੀ ਪੜ੍ਹਦੇ ਹੋ। ਮਹਾਰਾਜ ਕਿਤੇ ਬਿਆਨ ਕਰਦੇ ਕਿ ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਪੰਨਾ, ਆਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਹੁਣ ਇਹ ਸਾਰਾ ਸ਼ਬਦ ਵੀ ਉਸੇ ਰੂਪ ਦੇ ਵਿੱਚ ਹੀ ਹੈ। ਇੱਥੇ ਵੀ ਬਚਨ ਆਇਆ, ਸਭ ਕਹਿੰਦੇ ਆਨੰਦ ਕਰੋ ਮਿਲ ਸੁੰਦਰ ਨਾਰੀ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਦੋਂ ਮਿਲਾਪ ਹੋ ਗਿਆ, ਕਿਉਂਕਿ ਸੁੰਦਰ ਉਹ ਪਰਿਪੂਰਨ ਆ, ਉਹ ਆਭਾ ਮੰਡਨ ਜਿਹਦੇ ਕਰਕੇ ਸਾਰੀ ਖੂਬਸੂਰਤੀ ਫੈਲੀ ਹੈ। ਤੇ ਜਿਹੜੀ ਨਾਰੀ ਹੈ ਇਹ ਸਾਡੇ ਨੇ ਗਿਆਨ ਇੰਦਰੇ ਤੇ ਕਰਮ ਇੰਦਰੇ, ਸਾਡੀ ਜਿਹੜੀ ਆ ਅੱਖਾਂ, ਕੰਨ, ਮੂੰਹ, ਨੱਕ, ਸਾਰੇ ਦੇ ਸਾਰੇ। ਆਪ ਸ਼ਾਇਦ ਇਹਦੇ ਬਾਬਤ ਥੋੜ੍ਹਾ ਬਹੁਤਾ ਅਵੇਅਰ ਹੋਵੋਗੇ। ਜਿਵੇਂ ਅੱਖਾਂ ਦੇ ਵਿੱਚ ਜਲਨ ਪੈਣੀ, ਐਲੋਪੈਥੀ 'ਚ ਤਾਂ ਕੋਈ ਇਲਾਜ ਨਹੀਂ ਹੈਗਾ। ਪੈਰਾਂ ਦੀਆਂ ਤਲੀਆਂ ਸੜਨੀਆਂ, ਐਲੋਪੈਥੀ 'ਚ ਤਾਂ ਕੋਈ ਟਰੀਟਮੈਂਟ ਨਹੀਂ ਹੈਗਾ। ਕੰਨਾਂ ਦੇ ਵਿੱਚ ਸਾਹ ਸੁਣਨੀ, ਹਾਲਾਂਕਿ ਉਹ ਥੋੜ੍ਹੀ ਜਿਹੀ ਹੁਣ ਉਹਨਾਂ ਨੂੰ ਇਹਦੀ ਡਾਇਗਨੋਸ ਕਰ ਲਿਆ ਉਹਨਾਂ ਨੇ ਕਿ ਜਿਹੜੇ ਸਾਡੇ ਦੇ ਵਿੱਚ ਖਾਸ ਕਰਕੇ ਹੇਅਰ ਲਾਈਨ ਹੁੰਦੀ ਹੈ, ਉਹ ਡਿਊ ਟੂ ਸਮ ਰੀਜ਼ਨਸ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇੱਕ ਸਟ੍ਰੈਸ ਟਾਈਪ ਆਫ ਜਿਹੜੀ ਇਹ ਚੀਜ਼ ਆ ਗਈ ਹੈ, ਅਤੇ ਉਹ ਰਿਲੈਕਸ ਹੋ ਕੇ ਐਵੇਂ ਮਤਲਬ ਆਮ ਕਰਕੇ ਤੇ ਉਹ ਡਿੱਗੇ ਰਹਿੰਦੇ ਨੇ। ਪਰ ਉਹ ਜਦੋਂ ਖੜੇ ਹੋ ਕੇ ਤੇ ਜਿਹੜੀ ਅੰਦਰ ਹਵਾ ਦੇ ਨਾਲ ਉਹਨਾਂ ਦੀ ਵਾਈਬ੍ਰੇਸ਼ਨ ਹੋ ਰਹੀ ਹੈ, ਉਹਦੇ ਕਰਕੇ ਆਵਾਜ਼ ਪੈਦਾ ਹੋ ਰਹੀ ਆ। ਜਿਹਨੇ ਲੋਕਾਂ ਨੇ ਕੋਵਿਡ ਦੇ ਥਰੂ ਜਾਣਾ ਕੀਤਾ, ਜਿਹੜੇ ਉਹਦੇ ਲੌਂਗ ਟਰਮ ਸਾਈਡ ਇਫੈਕਟਸ ਹੋਣੇ ਨੇ ਉਹਨਾਂ 'ਚ ਇੱਕ ਇਹ ਵੀ ਹੈਗਾ ਆ। ਇਸ ਤੋਂ ਬਿਨਾਂ ਹੋਰ ਵੀ ਨੇ, ਪਰ ਇਹ ਰੀਸੈਂਟਲੀ ਇੱਕ ਸਟੱਡੀ ਆ ਗਈ ਇੱਥੇ ਅਮਰੀਕਾ ਦੇ ਵਿੱਚ, ਉਹ 'ਚ ਪਤਾ ਲੱਗਾ ਕਿ ਮੋਸਟਲੀ ਲੋਕਾਂ ਨੇ ਇਸ ਗੱਲ ਦੇ ਉੱਤੇ ਗੱਲ ਕੀਤੀ ਹੈ। ਪਰ ਇਸ ਸਾਰੇ ਦਾ ਮੌਲਿਕ ਰੀਜ਼ਨ ਉਹ ਸੀਗਾ, ਜਾਂ ਜਿਹੜਾ ਸਟ੍ਰੈਸ ਸੀਗਾ ਉਹ ਹੋ ਸਕਦਾ ਹੈ। ਸੋ ਇਹਦੇ ਬਾਬਤ ਜੇ ਹੋਰ ਸਟੱਡੀ ਹੋਣੀ ਹੈ। ਪਰ ਜਿਹੜੀ ਮੈਂ ਬੇਨਤੀ ਕਰ ਰਿਹਾ ਕਿ ਜਿਹੜੇ ਸਾਡੇ ਗਿਆਨ ਇੰਦਰੇ ਤੇ ਕਰਮ ਇੰਦਰੇ ਨੇ, ਜੇ ਇਹ ਖੁਸ਼ਨੁਮਾ ਅਹਿਸਾਸ ਵਿੱਚ ਹੋਣ ਤੇ ਇਹ ਰੋਗ ਹੋਣ ਦੀ ਨਿਸ਼ਾਨੀ ਦੱਸਦੇ ਨੇ। ਜੇ ਕਿਤੇ ਇਹਨਾਂ 'ਚੋਂ ਅਹਿਸਾਸ ਨਾ ਹੋਏ, ਸਟ੍ਰੈਸ ਜਿਹੜਾ ਆ ਇਹ ਸਿੱਧੇ ਤੌਰ 'ਤੇ ਇਫੈਕਟ ਸਾਡੇ ਇਹਨਾਂ ਸੈਂਸਿਸ ਨੂੰ ਪਾਉਂਦਾ ਆ। ਤੇ ਜਿਹੜਾ ਸਟ੍ਰੈਸ ਦਾ ਲੈਵਲ ਆ, ਇਹਦੇ ਪਿੱਛੇ ਹੀ ਬੰਦੇ ਦੀਆਂ ਓਵਰ ਵਰੀਜ਼ ਨੇ, ਪਰੇਸ਼ਾਨੀਆਂ ਨੇ, ਸਭ ਚੀਜ਼ਾਂ ਨੇ। ਮਹਾਰਾਜ ਕਹਿੰਦੇ ਜਦੋਂ ਇਸ ਰਾਹ 'ਚੋਂ ਲੰਘਿਆ ਮੈਂ, ਸ਼ਾਂਤ ਆਈ, ਤੇ ਫਿਰ ਹੋਇਆ ਕਿ ਆਨੰਦ ਕਰੋ ਮਿਲ ਸੁੰਦਰ ਨਾਰੀ। ਉਸ ਕਰਤਾਰ ਦੀ ਹਸਤੀ ਸੁੰਦਰ ਦੇ ਨਾਲ ਜੁੜ ਕੇ ਇਹ ਜਿਹੜੀ ਗਿਆਨ ਇੰਦਰੇ ਤੇ ਕਰਮ ਇੰਦਰੇ ਨੇ, ਇਹ ਸ਼ਾਂਤ ਚਿੱਤ ਹੋ ਗਏ, ਇਹਨਾਂ 'ਚ ਟਿਕਾ ਆ ਗਿਆ। ਗੁਰੂ ਨਾਨਕ ਮੇਰੀ ਪੈਜ ਸਵਾਰੀ, ਕਿਸੇ ਹੋਰ ਨੇ ਨਹੀਂ, ਗੁਰੂ ਦੇ ਰਾਹੀਂ ਇਸ ਨਾਨਕ ਦੇ ਸਕੂਲ ਆਫ ਥਾਟ ਨੇ ਮੇਰੀ ਲੱਜ ਪਾਲ ਦਿੱਤੀ, ਮੇਰੀ ਪੈਜ ਰੱਖ ਲਈ। ਗੁਰੂ ਅਰਜਨ ਸਾਹਿਬ ਬਿਆਨ ਕਰਦੇ, ਮੈਨੂੰ ਸ਼ਾਂਤੀ ਦੀ ਦਾਤ, ਮੈਨੂੰ ਸੁਖ ਦੀ ਦਾਤ ਜਿਹੜੀ ਹੈ ਉਹ ਨਵਾਜ ਦਿੱਤੀ, ਬਖਸ਼ ਦਿੱਤੀ। ਸਾਹਿਬ ਰਹਿਮਤ ਕਰਨ ਇਹਨਾਂ ਆਲਮੀ ਇਲਾਹੀ ਅਗੰਮੀ ਵਾਕਿਆਂ 'ਚੋਂ ਸਾਨੂੰ ਚੰਗੇਰੀ ਪ੍ਰੇਰਨਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਕਿਉਂਕਿ ਜਿਵੇਂ ਪਹਿਲਾਂ ਬੇਨਤੀ ਕੀਤੀ, ਕੋਈ ਇੱਕ ਸਪੈਸੀਫਿਕ ਕੋਈ ਸਿਲਵਰ ਬੁਲੇਟ ਨਹੀਂ ਹੈਗੀ ਜਿਹੜੀ ਮਨ ਮੰਡਲ ਦੇ 'ਚ ਸ਼ਾਂਤ ਚਿੱਤਾ ਜਿਹੜੀ ਆ ਉਹ ਇਜ਼ਹਾਰ ਵਿੱਚ ਲੈ ਆਉਂਦੀ ਹੈ। ਇਹ ਤਾਂ ਇੱਕ ਪੂਰੇ ਦਾ ਪੂਰੇ ਕੰਪੋਨੈਂਟ ਦੀ ਗੱਲ ਹੋ ਰਹੀ ਹੈ, ਅਤੇ ਗੁਰੂ ਮਹਾਰਾਜ ਬਾਣੀ 'ਚ ਇਹਦਾ ਵਾਰ-ਵਾਰ ਜ਼ਿਕਰ ਕਰਦੇ। ਇਸ ਪਾਵਨ ਸ਼ਬਦ ਵਿੱਚ ਵੀ ਇਹ ਅਹਿਸਾਸ ਸੀਗਾ। ਇੰਨੀਆਂ ਕੁ ਬੇਨਤੀਆਂ ਨਾਲ ਮੈਂ ਇੱਥੇ ਖਿਮਾ ਚਾਹਾਂਗਾ। ਅਗਲਾ ਪ੍ਰੋਗਰਾਮ ਸਿਮਰਨ ਦਾ ਹੈ, ਵੀਰ ਜੀ ਆ ਗਏ ਨੇ, ਉਹ ਤੁਹਾਨੂੰ ਉਹਦੇ ਨਾਲ ਜੋੜਨਗੇ। ਮੈਂ ਆਪਣੀਆਂ ਭੁੱਲਾਂ ਗਲਤੀਆਂ ਲਈ ਮਾਫੀ ਮੰਗਦੇ ਇੱਥੇ ਇਜਾਜ਼ਤ ਚਾਹਾਂਗਾ। ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।